राग नट नारायण महला चौथा। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। मेरे मन जप अहनिस नाम हरे, कोट कोट दोख बहु कीने सब पर हर पास धरे। मेरे मन जब अहनिस नाम हरे। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाई जीवो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। अज नट नारायण राग प्रारंभ हो रहा है। पुरातन राग नट नारायण नूं श्री गुरु ग्रंथ साहिब जी दे विच मुख राग वजों 19वें स्थान दे अंकित किया गया है। सोमेश्वर संगीत के मत अनुसार ये 6 रागां विच है। नट बिलावल अते कल्याण दे मेल तो बनता है। बिलावल अते कल्याण दे मेल तो ये नट बनता है। संपूर्ण जाति का राग है। सारे स्वर शुद्ध हैं। कई इसनूं 6 सुर का राग दस के निषाद स्वर लाउणा वरजदे ने। श्री दसम ग्रंथ विच इसका नाम नट नायक भी है। जिवें नट नायक सुध मल्हार बिलावल, पर श्री गुरु ग्रंथ साहिब जी के अंदर नट राग दे विच ही गुरु साहिब जी ने इस राग नूं लिखिया है। अते गुरमत संगीत अनुसार एक माच नाट का औड़व साड़व राग है। अथवा यह एक राग है जो गुरमत संगीत विच मेघ का पुत्र है। जबली धर नट आओ जल धारा। हमीर कल्याण दे मेल करके नट बनता है। परंतु होरना मतां विच शिव मत कालीनाथ मत विच पूर्ण शुद्ध राग मन्निया है। अते रागारणम के मत विच नाट राग की रागनी मन्नी है। ते भरत विच दीपक का पुत्र नट नारायण मन्निया है। अथवा इसकी गणना राग रागनी पद्धति के प्रमुख 6 रागां में की जाती है। पुरातन राग होने करके संगीत दर्पण के रचेता पंडित दमोदर ने इसकी रचना पार्वती के मुख तो मन्नी है।
ਗੁਰਮਤਿ ਸੰਗੀਤ ਪਰੰਪਰਾ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਅਧੀਨ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਕਿਤ ਹੈ। ਦੋਵੇਂ ਮਾਧਿਅਮ ਅਤੇ ਬਾਕੀ ਸੁਰ ਸ਼ੁੱਧ ਲਗਾਉਂਦੇ ਆ। ਇਸ ਰਾਗ ਦੇ ਆਰੋਹ ਵਿੱਚ ਗੰਧਾਰ ਅਤੇ ਧੈਵਤ ਦਾ ਅਲਪ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਪੰਚਮ, ਸਮਾਧੀ ਰਿਸ਼ਭ, ਥਾਟ ਬਿਲਾਵਲ ਅਤੇ ਸਮਾਂ ਰਾਗ ਦਾ ਦੂਜਾ ਪੈਰ ਅਤੇ ਜਾਤੀ ਸੰਪੂਰਨ ਔੜਵ ਹੈ। ਆਰੋ ਇਸ ਤਰ੍ਹਾਂ ਹੈ। ਸਾ ਮੰਗਾ ਮਾਰੇ ਮਾਂ ਪਾਧਾ ਨੀ ਸਾ, ਸਾਧਾ ਪਾ ਮਾਧਾ ਪਾ ਗਾ ਮਾਰੇ ਸਾ। ਰੋ ਅਤੇ ਅਵਰੋ ਇਸ ਤਰ੍ਹਾਂ ਮਾਂ ਤੀਬਰ ਆਰੋਹ ਦੇ ਵਿੱਚ ਤੇ ਅਵਰੋਹ ਦੇ ਵਿੱਚ ਵੀ ਇੰਜ ਗੰਧਾਰ ਅਤੇ ਧੈਵਤ ਯਾਨੀ ਗਾ ਅਤੇ ਧਾ ਥੋੜਾ ਜਿਹਾ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਆਓ ਬੜੇ ਪਿਆਰ ਸਤਿਕਾਰ ਨਾਲ ਨਟ ਰਾਗ ਦੀ ਪ੍ਰਾਰੰਭਤਾ ਕਥਾ ਵਿਚਾਰ ਸਰਵਣ ਕਰੋ ਜੀ। ਉਚਾਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਨਟ ਨਾਰਾਇਣ ਮਹੱਲਾ ਚੌਥਾ। ਨਟ ਨਾਰਾਇਣ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਮਹਾ ਮੰਤਰ ਉਚਾਰਨ ਕਰ ਰਹੇ ਨੇ, ਮੰਗਲ ਰੂਪ ਦੇ ਵਿੱਚ ਦਰਜ ਕਰ ਰਹੇ ਹਨ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਨਾਮ ਅਤੇ ਸਤ ਤ੍ਰੈ ਕਾਲ ਆਬਾਦ ਸਰੂਪ ਹੈ। ਨਾਮ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਕਰਤਾ ਪੁਰਖ ਕਰਤਾ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਪੁਰਖ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਨਿਰਭਉ ਭੈ ਤੋਂ ਰਹਿਤ ਕਲਿਆਣ ਸਰੂਪ ਹੈ। ਨਿਰਵੈਰ ਅਤੇ ਵੈਰ ਤੋਂ ਰਹਿਤ ਅਕਾਲ ਮੂਰਤ ਕਾਲ ਤੋਂ ਰਹਿਤ ਮੂਰਤ ਹਸਤੀ ਵਾਲਾ ਹੈ। ਅਜੂਨੀ ਜੁਨੀਆਂ ਤੋਂ ਰਹਿਤ ਅਜਨਮਾ ਸਰੂਪ ਹੈ। ਸਭੰ ਸੁਤੇ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ ਗੁਰ ਚੇਤਨ ਅਤੇ ਸਭ ਤੇ ਪ੍ਰਸਾਦ ਕਿਰਪਾ ਕਰਨ ਵਾਲਾ ਹੈ। ਮੇਰੇ ਮਨ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਮੇਰੇ ਪਿਆਰੇ ਮਨਾ ਜਪ ਅਹਨਸ ਨਾਮ ਹਰੇ। ਸਭਨਾਂ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਇਹ ਦਿਨ ਅਤੇ ਨਿਸਰਾਤ ਦਿਨ ਅਤੇ ਰਾਤ ਜਪਣਾ ਕਰ, ਜਪਿਆ ਕਰ। ਇਸੇ ਪ੍ਰਕਾਰ ਮੇਰੇ ਮਨ ਹੇ ਮੇਰਿਆ ਮਨਾ ਜਪ ਅਹਨਸ ਨਾਮ ਹਰੇ। ਸੋ
ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਜਿਨ੍ਹਾਂ ਜਿਨ੍ਹਾਂ ਨੇ ਦਿਨ ਅਤੇ ਰਾਤ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ, ਜਿਨ ਜਿਨ ਨਾਮ ਤੇ ਆਇਆ, ਜਿਨ ਜਿਨ ਨਾਮ ਤੇ ਆਇਆ ਤੇ ਜਿਨ ਜਿਨ ਨਾਮ ਤੇ ਆਇਆ। ਮਹਾਰਾਜ ਦਾ 12ਵਾਂ ਜਿਹੜੀ ਗੁਰਬਾਣੀ ਹੈ ਉਸ ਦੀ ਅੰਤਲੀ ਪੌੜੀ ਦੇ ਵਿੱਚ ਇਹ ਪਾਵਨ ਫਰਮਾਨ ਹੈ ਕਿ ਜਿਨੀ ਨਾਮ ਤੇ ਆਇਆ ਸੋ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਹਰ ਗੁਰਪੁਰਾ ਆਰਾਧਿਆ ਦਰਗਹਿ ਸੱਚ ਖਰੇ। ਉਹ ਦਰਗਾਹ ਦੇ ਵਿੱਚ ਸਚਿਆਰ ਖਰੇ ਚੰਗੇ ਹੋਏ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਜਿਹੜੇ ਨਾਮ ਨੂੰ ਧਿਆਉਣ ਵਾਲੇ ਨੇ ਉਹ ਆਪਦੀ ਮਿਹਨਤ ਮਸ਼ੱਕਤ ਕਾਲ ਕਮਾਈ ਨੂੰ ਪੂਰੀ ਕਰਕੇ ਤੇ ਸਫਲ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਗਏ ਨੇ। ਉਹ ਆਪ ਤਾਂ ਛੁੱਟੇ ਹੀ ਨੇ, ਕਿੰਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਛੁੱਟ ਗਈ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। ਅਹੰਕਾਰੀਆਂ ਨਿੰਦਕਾਂ ਬੇਟਦੇ ਨਾਮ ਦਿਓ ਮੁਖਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਅੰਤ ਦੇ ਵਕਤ ਯਮਦੂਤਾਂ ਤੋਂ ਵੀ ਪਰਮਾਤਮਾ ਨੇ ਛੁਡਾ ਲਿਆ। ਜਿਹੜੇ ਇੱਥੇ ਦੁਨੀਆ ਦੇ ਵਿੱਚ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਜ਼ਾਲਮ ਰਾਜੇ ਮਹਾਰਾਜਿਆਂ ਤੋਂ ਵੀ ਬਚਾ ਕੀਤਾ, ਇੱਜ਼ਤ ਪਤ ਰੱਖੀ ਹੈ। ਇਸ ਲਈ ਮੇਰੇ ਮਨ ਇਹ ਮੇਰੇ ਪਿਆਰੇ ਮਨਾ ਜਪ ਇਹ ਨਿਸ ਇਹ ਦਿਨ ਤੇ ਨਿਸ ਰਾਤ। ਇਹ ਨਿਸ ਜੇ ਇਕੱਠਾ ਮੰਨੀਏ ਦਿਨ ਭਰ ਰਾਤ ਇੱਕ ਰਸ ਕੰਟੀਨਿਊ ਲਗਾਤਾਰ ਨਾਮ ਹਰੇ ਹਰੀ ਪਰਮੇਸ਼ਰ ਦਾ ਨਾਮ ਜਪ। ਜੇ ਤੂੰ ਸੰਤ ਬਣਨਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਹਰ ਨਾਮ ਮਨਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਕੋਟ ਕੋਟ ਦੁਖ ਬਹੁ ਕੀਨੇ। ਉਹਨਾਂ ਦੇ ਜੋ ਕਰੋੜਾਂ ਜਨਮਾਂ ਦੇ ਵਿੱਚ ਕਰੋੜਾਂ ਹੀ ਦੋਸ਼ ਬਹੁਤ ਸਾਰੇ ਕੀਤੇ ਹੋਏ ਸਨ। ਇਸੇ ਪ੍ਰਕਾਰ ਕੋਟ ਕੋਟ ਦੁਖ ਬਹੁ ਕੀਨੇ। ਬਹੁਤੇ ਜਨਮਾਂ ਦੇ ਵਿੱਚ ਕੋਟਾਨ ਕੋਟ ਵਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਕਾਰਨਾਂ ਕਰਕੇ ਦੋ ਕੀਤੇ ਹੋਏ ਸਨ। ਸਭ ਪਰ ਹਰ ਪਾਸ ਤਰੇ। ਉਹਨਾਂ ਨੇ ਉਹ ਸਾਰੇ ਹਰੀ ਨਾਮ ਦੇ ਪ੍ਰਹਾਰ ਕਰਕੇ ਪਾਸੇ ਲਾਂਬੇ ਧਰ ਦਿੱਤੇ ਹਨ। ਜਾਂ ਮਹਾਰਾਜ ਫਰਮਾਉਂਦੇ ਨੇ ਸਭ ਪਰ ਹਰ ਪਾਸ ਤਰੇ। ਉਹ ਉਹਨਾਂ ਨੇ ਪਰਹਰਨ ਕਰਨ ਵਾਲੇ ਪਰਮੇਸ਼ਰ ਤੋਂ ਦੂਰ ਕਰਨ ਵਾਲੀ ਸਮਝ ਕੇ ਪਾਸੇ ਧਰ ਦਿੱਤੇ, ਪਾਸੇ ਰੱਖ ਦਿੱਤੇ ਹਨ। ਅਥਵਾ ਮਹਾਰਾਜ ਫਰਮਾਉਂਦੇ ਨੇ ਸਭ ਪਰ ਹਰ ਪਾਸ ਤਰੇ। ਜੋ ਇਹ ਸਾਰੇ ਦੋਖ ਸ਼ੁਭ ਗੁਣਾਂ ਨੂੰ ਪਰਹਰਨ ਨਾਸ਼ ਕਰਨ ਵਾਲੀ ਸਨ ਉਹ ਉਹਨਾਂ ਨੇ ਪਾਸੇ ਰੱਖ ਦਿੱਤੇ ਨੇ। ਜਾਂ ਉਹ ਸਾਰੇ ਪਰਹਰਨ ਤਿਆਗਣੀ ਜੋਗ ਜਾਣ ਕੇ ਗੁਰਮਤਿ ਦੁਆਰਾ ਦੂਰ ਕਰ ਦਿੱਤੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਹਰ ਹਰ ਨਾਮ ਜਪੈ ਆਰਤ ਹੈ। ਇਹ ਮੇਰੇ ਮਨਾ ਜਿਹੜੇ ਗੁਰਮੁਖ ਪਿਆਰੇ ਸੇਵਕ ਪਾਏ ਖਰੇ। ਖਰੇ ਚੰਗੇ ਸੇਵਕ ਦਾਸਾ ਭਾਵ ਧਾਰ ਕੇ
ਹਰੀ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਦੇ ਨਾਲ ਆਰਾਧਦੇ ਹਨ ਅਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਬਾਣੀ ਦੁਆਰਾ ਜਪਦੇ ਹਨ ਜਾਂ ਸੇਵਕ ਭਾਵਨਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਆਰਾਧਦੇ ਨੇ ਅਤੇ ਬਾਣੀ ਨਾਲ ਜਪਦੇ ਨੇ, ਉਹ ਖਰੇ ਚੰਗੇ ਸ੍ਰੇਸ਼ਟ ਜੀਵਨ ਵਾਲੇ ਹੋ ਜਾਂਦੇ ਹਨ। ਅਤੇ ਕਿਲ ਵੇਖਾਂ ਦੋਖਾਂ ਗਏ ਸਭ ਨੀਕਾਰ, ਉਹਨਾਂ ਦੇ 4 ਪ੍ਰਕਾਰ ਦੇ ਕਿਲ ਵਿਖ ਪਾਪ ਦੋਸ਼ ਇਤਿਆਦਿਕ ਇਉਂ ਸਾਰੇ ਹਿਰਦੇ ਵਿੱਚੋਂ ਨਿਕਲ ਗਏ ਹਨ। ਜੋ ਪਾਨੀ ਮੈਲ ਹਰੇ, ਜਿਵੇਂ ਪਾਣੀ ਮੈਲ ਨੂੰ ਨਾਸ਼ ਕਰ ਦਿੰਦਾ, ਦੂਰ ਕਰ ਦਿੰਦਾ ਹੈ, ਅਥਵਾ ਜਿਵੇਂ ਪਾਣੀ ਸਰੀਰ ਜਾਂ ਬਸਤਰ ਦੀ ਮੈਲ ਦੂਰ ਕਰ ਦਿੰਦਾ, ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਰੂਪੀ ਜਲ ਨੇ ਪਾਪਾਂ ਰੂਪੀ ਮੈਲ ਹਰ ਦਿੱਤੀ ਹੈ। ਜਾਂ ਪ੍ਰੇਮ ਰੂਪੀ ਪਾਣੀ ਨਾਲ ਨਾਮ ਰੂਪ ਸਾਬਣ ਲਾ ਕੇ ਸਾਰੀ ਮੈਲ ਨਾਸ਼ ਦੂਰ ਕਰ ਦਿੱਤੀ ਹੈ। ਖਿਨ ਖਿਨ ਨਰ ਨਾਰਾਇਣ ਗਾਵਹਿ, ਛਿਨ ਛਿਨ ਕਾਲ ਵਿੱਚ ਜੋ ਨਰ ਪੁਰਖ ਨਾਰਾਇਣ ਪਰਮੇਸ਼ਰ ਦੇ ਜਸ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦੇ ਹਨ। ਮੁਖ ਬੋਲਾ ਹੈ ਨਰ ਨਰ ਹਰੇ, ਅਤੇ ਜੋ ਨਰ ਪੁਰਖ ਨਰ ਹਰੇ ਪਰਮੇਸ਼ਰ ਦੇ ਨਾਮ ਨੂੰ ਮੂੰਹ ਦੇ ਨਾਲ ਬੋਲਦੇ, ਮੂੰਹ ਦੇ ਨਾਲ ਜਪਦੇ ਹਨ। ਇਸੇ ਪ੍ਰਕਾਰ ਖਿਨ ਖਿਨ ਨਰ ਨਾਰਾਇਣ ਗਾਵਹਿ, ਜੋ ਖਿਨ ਖਿਨ ਕਾਲ ਦੇ ਵਿੱਚ ਨਰ ਨਿਯੰਤਾ ਨਾਰਾਇਣ ਪਰਮੇਸ਼ਰ ਹੈ, ਜਾਂ ਜਿਸ ਪਰਮੇਸ਼ਰ ਦਾ ਨਰ ਆਇਣ ਨਰਾਂ ਨਰਾਂ ਦੇ ਵਿੱਚ ਆਇਣ ਘਰ ਹੈ, ਉਸ ਦੇ ਜਸ ਨੂੰ ਜੋ ਪੁਰਖ ਰਾਗਾਂ ਵਿੱਚ ਪਾ ਕੇ ਗਾਉਂਦੇ ਨੇ ਅਤੇ ਮੁਖੋਂ ਇਉਂ ਬੋਲਦੇ ਹਨ ਕਿ ਹੇ ਪਰਮੇਸ਼ਰ। ਮੁਖ ਬੋਲਾ ਹੈ ਨਰ ਨਰ ਹਰੇ, ਮੂੰਹ ਬੋਲਦੇ ਨੇ ਹੇ ਵਾਹਿਗੁਰੂ ਤੂੰ ਨਰ ਨਿਯੰਤਾ ਹੈ ਅਤੇ ਨਰਾਂ ਤੇ ਨਾਰੀਆਂ ਆਦਿਕ ਸਭਨਾਂ ਦੇ ਅੰਦਰ ਵਿਆਪਕ ਹੈ। ਜਾਂ ਹੇ ਨਰ ਹਰੇ ਤੂੰ ਸਭਨਾਂ ਨਾਰੀਆਂ ਨੂੰ ਹਰੇ ਭਰੇ ਕਰਨੇ ਵਾਲਾ ਹੈ। ਪੰਚ ਦੋਖ ਅਸਾਦ ਨਗਰ ਮਹੈ, ਉਹਨਾਂ ਦੇ ਸਰੀਰ ਰੂਪੀ ਨਗਰ ਦੇ ਵਿੱਚ ਜੋ 5 ਦੋਸ਼ ਉਹ ਕਿਹੜੇ ਨੇ? ਸ਼ਬਦ, ਸਪਰਸ਼, ਰੂਪ ਰਸ ਦੇ ਗੰਧ, ਇਹ ਅਸਾਧ ਨਾ ਸਾਧੇ ਜਾਣ ਵਾਲੇ ਸਨ। ਉਹ ਪਰਮੇਸ਼ਰ ਦੇ ਨਾਮ ਨੇ। ਇੱਕ ਖੈਨ ਪਾਲਾ ਦੂਰ ਕਰੇ, ਇੱਕ ਛਿਨ ਪਲ ਦੇ ਵਿੱਚ ਹੀ ਦੂਰ ਕਰ ਦਿੱਤੇ, ਨਿਵਰਤ ਕਰ ਦਿੱਤੇ ਹਨ। ਵੱਡ ਭਾਗੀ ਹਰ ਨਾਮ ਤੇ ਆਵ ਹੈ, ਜਿਹੜੇ ਵੱਡੇ ਭਾਗਾਂ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆਰਾਧਦੇ ਹਨ। ਹਰ ਕੇ ਭਗਤ ਹਰੇ, ਉਹਨਾਂ ਹਰੀ ਪਰਮੇਸ਼ਰ ਦੇ ਭਗਤਾਂ ਦੇ ਆਪਣੇ ਚਿੱਤ ਹਰ ਵਕਤ ਪ੍ਰੇਮ ਕਰਕੇ ਹਰੇ ਭਰੇ ਹਨ ਅਤੇ ਉਹ ਹੋਰਨਾਂ ਦੇ ਤਾਈਂ ਵੀ ਪ੍ਰੇਮ ਦੀ ਲਾਗ ਲਾ ਕੇ ਹਰੇ ਭਰੇ ਕਰਦੇ ਹਨ। ਤੈਨ ਕੇ ਸੰਗਤਾ ਦੇਹ ਪ੍ਰਭ ਜਾਚੋ, ਹੇ ਪ੍ਰਭ, ਹੇ ਪਰਮੇਸ਼ਰ, ਮੈਂ ਆਪ ਜੀ ਦੇ ਪਾਸੋਂ ਇਹੀ ਜਾਚੋ ਮੰਗਦਾ ਹਾਂ ਕਿ ਮੈਨੂੰ ਵੀ ਤਿਨਕੀ ਸੰਗਤ ਦੇ ਉਹਨਾਂ ਦੀ ਸਰੀਰ ਕਰਕੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਸੰਗਤ ਬਖਸ਼ ਦੇਣਾ ਕਰ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਮੈਂ ਮੂੜ ਮੁਗਧ ਨਿਸਤਾਰੇ, ਜਿਸ ਕਰਕੇ ਮੈਂ ਵੀ ਸ਼ਾਸਤਰ ਗਿਆਤ ਵੱਲੋਂ ਮੂਰਖ ਅਤੇ ਵਿਵਹਾਰਾਂ ਵੱਲੋਂ ਮੁਗਧ ਬੇਸਮਝ ਇਸ ਨਿਸਤਰੇ ਪਰਪੰਚ ਤੋਂ ਤਰ ਜਾਵਾਂ।
ਕਿਰਪਾ ਕਿਰਪਾ ਤਾਰ ਜਗ ਜੀਵਨ ਇਹ ਸਾਰੇ ਜਗਤ ਦੇ ਜੀਵਨ ਰੂਪ ਚੇਤਨ ਸਰੂਪ ਪਰਮੇਸ਼ਰ ਜਿਵੇਂ ਪਿਛਲੇ ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਕਿਰਪਾ ਧਾਰਦਾ ਆਇਆ ਹੈ, ਉਸੇ ਤਰ੍ਹਾਂ ਮੇਰੇ ਤੇ ਵੀ ਹੁਣ ਮਿਹਰ ਦੀ ਦ੍ਰਿਸ਼ਟੀ ਧਾਰਨ ਕਰ। ਇਸੇ ਪ੍ਰਕਾਰ ਕਿਰਪਾ ਕਿਰਪਾ ਤਾਰ ਜਗ ਜੀਵਨ हे ਜਗਤ ਦੇ ਜੀਵਨ ਰੂਪ ਅਤੇ ਕਿਰਪਾਲੂ ਸੁਭਾਅ ਵਾਲੇ ਪਰਮੇਸ਼ਰ ਮੇਰੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰ। ਰਾਖਾਂ ਲੈ ਵਹਾਓ ਸਰਨ ਪਰੇ ਅਤੇ ਮੈਨੂੰ ਆਪਣੀ ਓਟ ਦੇ ਵਿੱਚ ਪਿਆ ਜਾਣ ਕੇ ਸੋ ਰੱਖ ਹੋ ਕਿਰਪਾ ਤਾਰ ਤੇਰੀ ਸ਼ਰਨ ਤੇਰੇ ਦਰਬਾਰ। ਰੱਖ ਲੈ ਇਹ ਮਹਾਰਾਜ ਸਾਨੂੰ ਕਿਰਪਾ ਕਰਕੇ ਰੱਖ ਲੈਣਾ ਘਰ ਇਸ ਸੰਸਾਰ ਦੇ ਦੁੱਖਾਂ ਤੋਂ ਰੱਖ ਅਤੇ ਜੋ ਮਨ ਬਾਣੀ ਸਰੀਰ ਕਰਕੇ ਵਿਸ਼ੇ ਵਿਕਾਰਾਂ ਵਿੱਚ ਖਚਤਾਂ ਜੇ ਵਿਸ਼ਿਆਂ ਵਿਕਾਰਾਂ ਤੋਂ ਰੱਖ ਕਿਰਪਾ ਕਰ। ਨਰਕਾਂ ਦੀ ਅੱਗ ਤੋਂ ਰੱਖ, ਜਠਰਾ ਅਗਨੀ ਤੋਂ ਰੱਖ ਲੈਣਾ ਕਰ। ਇਹ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਗਰੈ ਤਿਤੈ ਲੈ ਹੋ ਉਬਾਰ। ਸੋ ਜਿਉ ਭਾਵੈ ਤਿਉ ਰਾਖ ਹਰ ਪ੍ਰਭ ਤੇਰੀਆ ਕੀਤੇ ਗਨੁ ਅਸੰਖ ਅਵਗਣ ਮੇਰੀਆ। ਅਸੰਖੀ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਘੋਲੀਐ। ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੁੰਦੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ ਕਾਟ ਭਵ ਜਲ ਫੇਰਿਆ। ਰੱਖੋ ਆਪਣੀ ਸਰਮ ਪ੍ਰਭ ਮੋਹ ਕਿਰਪਾ ਧਾਰੇ। हे ਮੇਰੇ ਪਰਮਾਤਮਾ ਤੂੰ ਆਪਦੀ ਸ਼ਰਨ ਦੇ ਵਿੱਚ ਮੈਨੂੰ ਰੱਖਣਾ ਘਰ ਆਪਣੀ ਕਿਰਪਾ ਧਾਰ ਕੇ। ਨਾਨਕ ਜਨ ਤੁਮਰੀ ਸਰਨਾਈ। ਸੋ ਅਸੀਂ ਮੂਰਖ ਹਾਂ, ਮੁਗਧ ਹਾਂ, ਤੇਰੀ ਕਿਰਪਾ ਨਾਲ ਹੀ ਤਰ ਸਕਦੇ ਹਾਂ। ਸਤਿਗੁਰੂ ਜੀ ਕਥਨ ਕਰਦੇ ਨੇ, ਇਹ ਹਰੀ ਮੈਂ ਜਨ ਮੈਂ ਦਾਸ ਤੇਰੀ ਸ਼ਰਨ ਵਿੱਚ ਆਇਆ ਹਾਂ ਜੀ। ਹਰ ਰਾਖਾਂ ਲਾਜ ਹਰੇ। ਇਸ ਲਈ ਇਹ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਮੇਰੀ ਲਾਜ ਤੇਰੇ ਹੱਥ ਹੈ ਜੀ। ਕਿਰਪਾ ਕਰਕੇ ਮੇਰੀ ਰਜਿਆ ਰੱਖ ਲੈਣਾ ਗੁਰੂ। ਆਪਦੀ ਇੱਜ਼ਤ ਬਚਾਉਣੀ ਸਭ ਤੋਂ ਔਖੀ ਹੈ। ਕਲ ਯੁੱਗ ਦਾ ਭਿਆਨਕ ਸਮਾਂ ਹੈ, ਹੋਰ ਸਭ ਕੁਝ ਸੌਖਾ ਹੈ। ਕਿਰਪਾ ਕਰੋ ਜੀ ਮੇਰੀ ਇੱਜ਼ਤ ਬਾਤ ਆਪ ਜੀ ਦੇ ਹੱਥ ਹੈ। ਕਿਰਪਾ ਕਰਕੇ ਰੱਖ ਲਵੋ ਜੀ। ਨਾਟ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨਟ ਰੱਖਦਾ ਇਹ ਪਾਵਨ ਦੂਸਰਾ ਸ਼ਬਦ ਉਚਾਰ ਰਹੇ ਹਨ। ਰਾਮ ਜਪ ਜਾਨਾ। हे ਭਾਈ ਜਿਹੜੇ ਜਨ ਪੁਰਖ ਰਾਮ ਰਮੰਤੀ ਸਾ ਰਾਮਾ ਰਮੇ ਹੋਏ ਪਰਮੇਸ਼ਰ ਦਾ ਮਨ ਕਰਕੇ ਬਾਣੀ ਕਰਕੇ ਹਰ ਸਰੀਰ ਕਰਕੇ ਨਾਮ ਜਪਦੇ ਹਨ। ਰਾਮ ਨਾਮ ਰਲੇ। ਉਹ ਪੁਰਖ ਨਾਮੀ ਰਾਮੇ ਪਰਮੇਸ਼ਰ ਦੇ ਵਿੱਚ ਹੀ ਰਲ ਮਿਲ ਜਾਂਦੇ, ਅਭੇਦ ਹੋ ਜਾਂਦੇ ਹਨ। ਰਾਮ ਨਾਮ ਜਪਿਓ ਗੁਰ ਬਚਨੀ। ਪਰ ਉਹਨਾਂ ਨੇ ਗੁਰੂ ਉਪਦੇਸ਼ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਹਰ ਤਾਰੀ ਹਰ ਕਿਰਪਲੇ। ਜਿਨ੍ਹਾਂ ਉਤੇ ਸਭਨਾਂ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਨੇ ਆਪ ਕਿਰਪਾ ਦ੍ਰਿਸ਼ਟੀ ਕੀਤੀ ਹੈ। ਇਸੇ ਪ੍ਰਕਾਰ ਹਰ ਤਾਰੀ ਹਰ ਕਿਰਪਲੇ। ਜੋ ਹਰੀ ਪਰਮੇਸ਼ਰ ਸਭਨਾਂ ਤੇ ਕਿਰਪਾਲਤਾ ਕਰਨ ਵਾਲਾ ਹੈ, ਜਦ ਉਸ ਨੇ ਕਿਰਪਾ ਦ੍ਰਿਸ਼ਟੀ ਧਾਰੀ ਤਦੋਂ ਮਹਾਰਾਜ ਫਰਮਾਉਂਦੇ ਨੇ, ਪੰਕਤੀ ਦਾ ਆਰੰਭ ਹੈ। ਰਾਮ ਨਾਮ ਜਪਿਓ ਗੁਰ ਬਚਨੀ। ਤਾਂ ਹੀ ਗੁਰਮੁਖ ਜਨਾਂ ਨੇ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ। ਜਦ ਹਰ ਧਾਰੀ ਹਰ ਕਿਰਪਾਲੇ ਹਰੀ ਪਰਮਾਤਮਾ ਨੇ ਆਪ ਦੀ ਕਿਰਪਾ ਕੀਤੀ
ਹੈ। ਹਰ ਧਾਰੀ ਹਰ ਕਿਰਪਾਲੇ, ਕਿਰਪਾਲੂ ਦਿਆਲੂ ਹਰੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਰਾਮ ਦਾ ਨਾਮ ਜਪਿਆ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਹਰ ਹਰ ਅਗਮ ਅਗੋਚਰ ਸੁਆਮੀ, ਜੋ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ, ਪਾਪਾਂ ਦਾ ਹਾਰ, ਸ਼ਾਸਤਰਾਂ ਕਰਕੇ ਅਗਮ, ਇੰਦਰੀਆਂ ਦੇ ਵਿਸ਼ੇ ਤੇ ਸਰਬ ਦਾ ਮਾਲਕ ਪਰਮੇਸ਼ਰ ਹੈ। ਜਨ ਜਪ ਮਿਲ ਸਲਲ ਸਲੇ, ਉਸ ਦੇ ਨਾਮ ਨੂੰ ਜਪ ਕੇ ਗੁਰਮੁਖ ਜਨ ਇੰਜ ਉਸ ਨਾਲ ਮਿਲ ਜਾਂਦੇ ਨੇ, ਜਿਵੇਂ ਸਲਲ ਪਾਣੀ ਨਾਲ ਸਲਲੇ ਪਾਣੀ ਮਿਲ ਜਾਂਦਾ ਹੈ। ਇਸੇ ਪ੍ਰਕਾਰ ਜਨ ਜਪ ਮਿਲ ਸਲਲ ਸਲਲੇ, ਉਹ ਗੁਰਮੁਖ ਜਨ ਨਾਮ ਰੂਪ ਸਲਲ ਪਾਣੀ ਨੂੰ ਪੀ, ਭਾਵ ਨਾਮ ਨੂੰ ਜਪ ਕੇ ਸਲਲੇ ਜਲ ਰੂਪ ਬ੍ਰਹਮ ਦੇ ਵਿੱਚ ਮਿਲ ਗਏ ਹਨ। ਹਰ ਕੇ ਸੰਤਾ ਮਿਲ ਰਾਮ ਰਸ ਪਾਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਸੰਤ ਜਨਾਂ ਨਾਲ ਮਿਲ ਕੇ ਜਾਂ ਮਨ ਦੇ ਮਿਲੀ ਹੋ ਕੇ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸ ਪ੍ਰੇਮ ਨੂੰ ਪਾਇਆ ਹੈ। ਹਮ ਜਨ ਕੈ ਬਲ ਬਲਲੇ, ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਾਂ ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਲੇ ਇੱਕ ਰਸ ਬਲ ਬਲਿਹਾਰ ਜਾਂਦੇ ਹਾਂ। ਇਸੇ ਪ੍ਰਕਾਰ ਹਮ ਜਨ ਕੈ ਬਲ ਬਲਲੇ, ਜਿਨ੍ਹਾਂ ਜਨਾਂ ਦੀਆਂ ਵਿਦਿਆਦਿਕ ਬਲ ਲੈ ਬਲਾਵਾਂ ਨੂੰ ਪਰਮੇਸ਼ਰ ਨੇ ਲੈ ਕਰ ਦਿੱਤਾ, ਮੇਟ ਦਿੱਤਾ ਹੈ, ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਿਹਾਰ ਜਾਂਦੇ ਹਾਂ। ਜਾਂ ਜਿਨ੍ਹਾਂ ਜਨਾਂ ਨੇ ਗੁਰਾਂ ਦੇ ਪਾਸੋਂ ਵਿਵੇਕ ਰੂਪੀ ਬਲ ਲੈ ਲਿਆ ਹੈ, ਉਹਨਾਂ ਦੇ ਉੱਪਰੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਪਰਖੋ ਤਮ ਹਰ ਨਾਮ ਜਨ ਗਾਇਓ, ਜਿਨ੍ਹਾਂ ਗੁਰਮੁਖ ਜਨਾਂ ਨੇ ਪੁਰਖਾਂ ਦੇ ਵਿੱਚ ਉਤਮ ਪੁਰਖ ਹਰੀ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਦੇ ਵਿੱਚ ਗਾਇਆ ਹੈ। ਸਭ ਦੌਲਤ ਦੁੱਖਾਂ ਦਲਲੇ, ਉਹਨਾਂ ਦੇ ਪਰਮੇਸ਼ਰ ਨੇ ਸਾਰੇ ਅਵਿਦਿਆਦਿਕ ਕਰਕੇ ਪਏ ਦਲਿੱਦਰ ਅਤੇ ਜੰਮਣ ਮਰਨ ਦੇ ਦੁੱਖ ਨੂੰ ਦਲਲੇ ਦਲ ਕਰ ਦਿੱਤਾ, ਨਾਸ਼ ਕਰ ਦਿੱਤਾ ਹੈ। ਜਾਂ ਸਾਰੇ ਅਵਿਦਿਆਦਿਕ ਦੇ ਦਲਿੱਦਰ, ਜੰਮਣ ਮਰਨ ਦੇ ਦੁੱਖ ਅਤੇ ਦਲ ਸਮੂਹ ਕਾਮ ਕ੍ਰੋਧ ਆਦਿਕ ਨੂੰ ਲੈ ਕਰ ਦਿੱਤਾ, ਨਿਵਰਤ ਕਰ ਦਿੱਤਾ ਹੈ। ਵਿੱਚ ਦੇਹ ਦੁਖ ਅਸਾਧ ਪੰਜ ਧਾਤੂ, ਇਸ ਕਾਇਆਂ ਦੇ ਵਿੱਚ ਪੰਜ ਕਾਮ ਆਦਿਕ ਨਾ ਸਾਧੇ ਜਾਣ ਵਾਲੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਦੋਸ਼ ਹਨ। ਹਰ ਕੀਏ ਖਿਨ ਪਰਲੇ, ਉਹ ਨਾਮ ਜਪਣ ਵਾਲੇ ਦੇ ਅੰਦਰੋਂ ਹਰੀ ਪਰਮੇਸ਼ਰ ਨੇ ਇੱਕ ਖਿਣ ਦੇ ਵਿੱਚ ਪਰਲੇ ਪਰਾਂ ਕਰ ਦਿੱਤੇ, ਨਾਸ਼ ਕਰਨਾ ਕੀਤੇ ਹਨ। ਜਿਹੜੇ ਦੋਸ਼ ਸੀਗੇ ਉਹ ਨਾਸ਼ ਕਰ ਦਿੱਤੇ, ਹਰ ਇੱਕ ਖਿਣ ਵੀ ਨਹੀਂ ਲੱਗਾ ਹੈ। ਹਰ ਕੇ ਸੰਤਾਇ ਮਨ ਪ੍ਰੀਤ ਲਗਾਈ, ਹਰੀ ਪਰਮੇਸ਼ਰ ਦੇ ਸੰਤ ਜਨਾਂ ਨੇ ਮਨ ਵਿੱਚ ਗੁਰਾਂ ਦੁਆਰਾ ਨਾਮ ਨਾਲ ਇਉਂ ਪ੍ਰੀਤੀ ਲਗਾਈ ਹੈ। ਕਿਉ ਦੇਖੈ ਸਸ ਕਮਲੇ, ਜਿਵੇਂ ਸੱਸ ਚੰਦਰਮਾ ਨੂੰ ਵੇਖ ਕੇ ਕਮਲੇ ਕਵੀਆਂ ਚੜ੍ਹਦੀਆਂ ਨੇ, ਜਾਂ ਤਿਵੇਂ ਗੁਰੂ ਰੂਪ ਚੰਦਰਮਾ ਨੂੰ ਵੇਖ ਕੇ ਸਿੱਖਾਂ ਦੀਆਂ ਬੁੱਧੀ ਰੂਪ ਕਵੀਆਂ ਖਿੜ ਜਾਂਦੀਆਂ ਹਨ। ਹੁਣ ਵੈ ਕਨ 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 ਹਰ ਗਰਜੈ, ਜਿਸ ਪ੍ਰਕਾਰ ਬਦਲ ਕੰਨ ਬਹੁਤਾ ਕੰਨ ਇੱਕ ਰਸ ਉਹਨ ਵਿੱਚ ਚੁੱਕ ਕੇ ਗਰਜਦਾ ਹੈ, ਤਾਂ ਜਿਹੜੇ ਮਨ ਬਿਗਸੈ ਮੋਰ ਮੁਰਲੇ, ਮੋਰ ਅਤੇ ਮੁਰਲੇ ਮੋਰਨੀਆਂ ਦੇ ਮਨ ਹਿਰਦੇ ਬਿਕਸੈ ਪ੍ਰਸੰਨ ਆਨੰਦਿਤ ਹੁੰਦੇ ਨੇ, ਜਾਂ ਕਲਹਿਰੀ ਮੋਰਾਂ ਦੇ ਮਨ ਖਿੜ ਜਾਂਦੇ ਨੇ। ਜਿਵੇਂ
ਬੜਾ ਹੰਸ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰੇ ਹੈ। ਬੜਾ ਹੰਸ ਮਹੱਲਾ ਪਹਿਲਾ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ। ਇਹ ਮੇਰੀ ਭੈਣੇ, ਸਾਵਣ ਦਾ ਮਹੀਨਾ ਆ ਗਿਆ ਈਓ। ਬੱਦਲਾਂ ਦੀਆਂ ਕਾਲੀਆਂ ਘਟਾਵਾਂ ਵੇਖ ਕੇ ਮੋਰਾਂ ਨੇ ਰੁਣ ਚੁਣ ਬੜੇ ਆਨੰਦਦਾਇਕ ਸ਼ਬਦ ਯਾਨੀ ਆਵਾਜ਼ਾਂ ਕੱਢਣੀਆਂ ਕੀਤੀਆਂ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਮੋਰ ਬਵੀਹੇ ਬੋਲਦੇ ਵੇਖ ਬੱਦਲ ਕਾਲੇ। ਕਾਲੇ ਬੱਦਲ ਵੇਖ ਕੇ ਮੋਰ ਅਤੇ ਬਵੀਹੇ ਬੋਲਦੇ ਹਨ। ਜਿਵੇਂ ਸੋ ਬੱਦਲ ਬਹੁਤਾ ਇੱਕ ਰਸ ਚੌਕੀ ਜਦ ਗਰਜਦਾ ਤਾਂ ਮੋਰ ਤੇ ਮੋਰਨੀਆਂ ਹਿਰਦੇ 'ਚ ਪ੍ਰਸੰਨ ਆਨੰਦਿਤ ਹੁੰਦੇ ਨੇ। ਇਸੇ ਪ੍ਰਕਾਰ ਹੁਣ ਵੈ ਕਨ 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 ਹਰ ਗਰਜ। ਬੱਦਲ ਕਿਹੜੇ ਨੇ? ਗੁਰੂ ਸਾਹਿਬ। ਗੁਰੂ ਰੂਪੀ ਬੱਦਲ ਬਹੁਤਾ ਇੱਕ ਰਸ ਚੌਕੇ ਪਾਪ ਦਿਆਲੂ ਹੋ ਕੇ ਪ੍ਰਭੂ ਪ੍ਰਾਪਤੀ ਵਾਲੀ ਉਪਦੇਸ਼ ਨੂੰ ਗਰਜਾ ਜਦ ਉਚਾਰਨ ਕਰਦੇ ਨੇ ਤਦ ਮਨ ਬਿਗਸੈ ਮੋਰ ਮੁਰਲੇ। ਸਿੱਖ ਸਿੱਖਣੀਆਂ ਨੂੰ ਮੋਰ ਮੋਰਨੀਆਂ ਦੇ ਮਨ ਪ੍ਰਸੰਨ ਆਨੰਦਿਤ ਹੁੰਦੇ ਨੇ। ਜਾਂ ਕਲਹਿਰੀ ਮੋਰ ਦੀ ਤਰ੍ਹਾਂ ਸ਼ੁਭ ਗੁਣਾਂ ਦੀ ਧਾਰਨਾ ਵਾਲੇ ਉੱਤਮ ਜਗਿਆਸੂਆਂ ਦੇ ਮਨ ਖਿੜਾਉਂਦੇ ਹਨ। ਹਮਾਰਾ ਸੁਆਮੀ ਲੋਚ ਹਮ ਲਾਈ। ਸਾਡੇ ਮਾਲਕ ਪਰਮੇਸ਼ਰ ਨੇ ਆਪਣੇ ਨਾਮ ਨੂੰ ਜਪਣ ਲਈ ਸਾਡੀ ਇੱਛਾ ਲਾ ਦਿੱਤੀ ਹੈ। ਹਮ ਜੀਵੈ ਦੇਖ ਹਰ ਮਿਲੇ। ਇਸੇ ਕਰਕੇ ਸਾਰਿਆਂ ਵਿੱਚ ਮਿਲੇ ਹੋਏ ਹਰੀ ਪਰਮੇਸ਼ਰ ਦੇ ਦਰਸ਼ਨ ਦੇਖ ਕਰਕੇ ਅਸੀਂ ਜਿਉਂਦੇ ਹਾਂ। ਸੁਣ ਸੋ ਨਾਮ ਤੁਮਾਰਾ ਪ੍ਰੀਤਮ, ਪ੍ਰਪੇਖਣਗਾ ਚਾਉ। ਆਖਾਂ ਜੀਵਾ ਵਿਸਰੇ ਮਰ ਜਾਉ। ਜੇ ਅਸੀਂ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਉਸ ਨਾਲ ਮਿਲ ਜਾਈਏ ਤਾਂ ਹੀ ਸਾਡਾ ਆਤਮਿਕ ਜੀਵਨ ਵੱਲ ਜਿਉਣਾ ਹੁੰਦਾ ਹੈ। ਜਾਂ ਪਰਮੇਸ਼ਰ ਨੂੰ ਮਿਲੇ ਤਾਂ ਉਹਦੇ ਦਰਸ਼ਨ ਦੇਖ ਕੇ ਹੀ ਸਾਡਾ ਜਿਉਣਾ ਹੁੰਦਾ ਹੈ। ਜਨ ਨਾਨਕ ਹਰ ਅਮਲ ਹਰ ਲਾਈ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਕਿ ਹੇ ਪਰਮੇਸ਼ਰ, ਸਾਨੂੰ ਜਨਾਂ ਨੂੰ ਤੁਸੀਂ ਆਪ ਆਪਣੇ ਹਰੀ ਨਾਮ ਦੇ ਜਪਨ ਰੂਪੀ ਅਮਲ ਨਸ਼ੇ ਦੇ ਵਿੱਚ ਲਾਉਣਾ ਕੀਤਾ ਹੈ। ਹਰ ਮੇਲਾ ਅਨੰਦ ਭਲੇ। ਇਸ ਲਈ ਹੇ ਹਰੀ ਪਰਮੇਸ਼ਰ, ਤੁਸੀਂ ਸਾਨੂੰ ਜਨਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਣਾ ਕਰੋ ਤਾਂ ਜੋ ਭਲੀ ਪ੍ਰਕਾਰ ਆਨੰਦ ਦੇ ਸਹਿਤ ਹੋਈਏ ਜਾਂ ਸ੍ਰੇਸ਼ਟ ਆਤਮਿਕ ਆਨੰਦ ਦੀ ਪ੍ਰਾਪਤੀ ਵਾਲੇ ਹੋਈਏ ਜੀ। ਨਾਟ ਮਹੱਲਾ ਚੌਥਾ। ਨਟ ਪੋਲਾ ਜਿਹਾ ਬੋਲਣਾ ਹੈ। ਨਟ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰੀ ਅਤ ਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੁ ਅਤੋਲ ਤੋਂ ਤੀਰਾ ਅੰਤ ਨ ਬਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਿਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁੱਡ ਠਤਾ ਮਨ ਸਾਧਾਰਿਆ। ਐਸੀ ਦੀਨ ਦਿਆਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਇਹ ਉਪਦੇਸ਼ ਦੀ ਸ਼ੈਬਰ ਲਾ ਰਹੇ ਨੇ। ਨਾਮ ਉਪਦੇਸ਼ ਦੀ ਵਰਖਾ ਕਰ ਰਹੇ ਹਨ। ਮੇਰੇ ਮਨ ਉੱਤਮ ਭਗਤੀ ਰਾਹੀਂ ਉਪਦੇਸ਼ ਦਿੰਦੇ ਨੇ। ਇਹ ਮੇਰੇ ਪਿਆਰੇ ਮਨਾ, ਜਪ ਹਰ ਹਰ ਨਾਮ ਸਖੇ। ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਅਤੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਪਿਆਰੇ ਸਖੇ ਮਿੱਤਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪਣਾ ਕਰ। ਇਸੇ ਪ੍ਰਕਾਰ ਮੇਰੇ ਮਨ ਹੇ ਮੇਰੇ ਪਿਆਰੇ ਮਿੱਤਰ ਮਨ, ਜਪ ਹਰ ਹਰ ਨਾਮ ਸਖੇ। ਸਭ ਦੇ
ਪਾਪਾਂ ਨੂੰ ਹਰਨ ਵਾਲੇ ਤੇ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਗੁਰ ਪ੍ਰਸਾਦੀ ਹਰ ਨਾਮ ਤੇ ਆਇਓ। ਪਰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਗੁਰ ਪ੍ਰਸਾਦੀਆਂ ਨੇ ਹੀ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਹਮ ਸਤਿਗੁਰ ਚਰਨ ਪਖੇ। ਇਸ ਲਈ ਅਸੀਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਪਖੇ ਪੱਖ ਲਿਆ ਹੈ। ਭਾਵ ਹੋਰ ਸਾਰੇ ਆਸਰੇ ਛੱਡ ਕੇ ਮੈਂ ਸਭ ਕੇ ਛੋੜ ਪ੍ਰਭ ਤੋਂ ਹੀ ਤੇ ਆਇਆ। ਕੇਵਲ ਗੁਰੂ ਸਾਹਿਬ ਦੇ ਪਰਾਇਣ ਹੋ ਗਏ ਆ ਜਾਂ ਅਸੀਂ ਵੀ ਗੁਰੂ ਸਾਹਿਬ ਜੀ ਦੇ ਚਰਨ ਪੱਕੇ ਵੇਖਣਾ ਕੀਤੇ ਨੇ ਜਾਂ ਪੱਕੇ ਧੋਣਾ ਕੀਤੇ ਹਨ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਊਤਮ ਜਗਨਨਾਥ ਜਗਦੀਸ਼ਵਰ। ਜੋ ਸਭ ਤੋਂ ਸ੍ਰੇਸ਼ਟ ਜਗਤ ਦੇ ਮਾਲਕ ਜਗਦੀਸ਼ਵਰ ਪਰਮੇਸ਼ਰ। ਹਮ ਪਾਪੀ ਸ਼ਰਨ ਰਖੇ। ਅਸੀਂ ਪਾਪੀ ਸੀਗੇ। ਇਹ ਸਭ ਤੋਂ ਸ੍ਰੇਸ਼ਟ ਇਹ ਜਗਤ ਦੇ ਮਾਲਕ ਪਰਮੇਸ਼ਰ ਫਿਰ ਵੀ ਸਾਨੂੰ ਪਾਪੀਆਂ ਨੂੰ ਆਪ ਜੀ ਨੇ ਆਪਣੀ ਓਟ ਦੇ ਵਿੱਚ ਰੱਖਣਾ ਕੀਤਾ ਹੈ। ਜੇ ਸਾਡੇ ਪਾਪ ਸਾਡੇ ਔਗਣ ਸਾਡੇ ਗੁਨਾਹ ਸੰਗਤ ਵਿੱਚ ਪਤਾ ਲੱਗ ਜਾਣ, ਜਿਹੜੇ ਕਥਾ ਸੁਣਦੇ ਨੇ, ਤਾਂ ਸਾਨੂੰ ਜੋੜੇ ਘਰ ਚੋਂ ਜੁੱਤੀ ਲੈਣੀ ਔਖੀ ਹੋ ਜਾਊਗੀ। ਜੁੱਤੀ ਛੱਡ ਕੇ ਗੁਰਦੁਆਰੇ ਨੰਗੇ ਪੈਰੀ ਭੱਜਣਾ ਪਊਗਾ। ਫਿਰ ਰਾਹ ਛੱਡ ਕੇ ਪੈਲੀਆਂ ਦੇ ਵਿੱਚ ਦੀ ਦੌੜਨਾ ਪਊਗਾ। ਮਤਲਬ ਇੰਨੇ ਸਾਡੇ ਪਾਪ ਦੇ ਗੁਨਾਹ ਨੇ। ਤੇ ਪਰ ਮਹਾਰਾਜ ਨੇ ਆਪਦੇ ਚਰਨਾਂ 'ਚ ਬਿਠਾਲ ਕੇ ਸਾਧੂਆਂ ਦੀ ਗੱਦੀ ਦੇ ਕੇ, ਇਹ ਗੱਦੀ ਸਾਧੂਆਂ ਦੀ ਹੈ, ਸਾਡੇ ਵਰਗਿਆਂ ਦਾ ਅਧਿਕਾਰ ਨਹੀਂ ਹੈ। ਜਾਂ ਤਾਂ ਗੁਰੂ ਸਾਹਿਬ ਦਾ ਆਪ ਦਾ ਅਧਿਕਾਰ ਖੇਤਰ ਹੈ। ਇਹ ਜਿਹੜਾ ਨਾਮ ਦਾ ਬਾਣੀ ਦਾ ਉਪਦੇਸ਼ ਹੈ, ਉੱਚਾ ਤੇ ਸੁੱਚਾ ਨਾਮ ਜਪੋ ਨਾਮ ਜਪੋ ਨਾਮ ਜਪੋ, ਇਹ ਗੁਰੂ ਸਾਹਿਬ ਜੀ ਖੁਦ ਆਪ ਦੇ ਸਕਦੇ ਨੇ। ਜਾਂ ਫਿਰ ਉਹਨਾਂ ਦੀ ਕਿਰਪਾ ਦੇ ਪਾਤਰ ਜਿਹੜੇ 22 ਮੰਜੀਆਂ ਵਾਲੇ ਗੁਰੂ ਸਾਹਿਬ ਨੇ ਆਪ ਬ੍ਰਹਮ ਗਿਆਨੀ ਬਣਾਏ, ਉਹ ਉਪਦੇਸ਼ ਦੇਣ ਦਾ ਹੱਕ ਰੱਖਦੇ ਨੇ। ਗੁਰੂ ਸਾਹਿਬ ਆਪਣੇ ਵਕਤ ਸਿੱਖਾਂ ਨੂੰ ਮੰਜੀਆਂ ਦਿੰਦੇ ਹੁੰਦੇ ਸੀ। ਜਿਸ ਤਰ੍ਹਾਂ ਸਾਲਸਰਾਈ ਜੌਹਰੀ ਨੂੰ ਦਿੱਤੀ, ਉਹ ਅਧਿਕਾਰ ਰੱਖਦੇ ਸਨ। ਅਸੀਂ ਨਾ ਚੀਜ਼ ਪਾਪੀ ਬੰਦੇ ਉਸ ਗੱਦੀ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਜੇ ਕੁਝ ਬੋਲਣ ਦੇ ਯੋਗ ਹੋਏ ਹਾਂ ਤੇ ਇਹ ਮਹਾਰਾਜ ਦੀ ਆਪ ਦੀ ਕਿਰਪਾ ਹੈ। ਸਾਨੂੰ ਆਪ ਦੇ ਚਰਨਾਂ 'ਚ ਜਗ੍ਹਾ ਬਖਸ਼ੀ ਹੈ। ਨਹੀਂ ਤਾਂ ਜਿਸ ਪਾਪੀ ਕੋ ਮਿਲੇ ਨਾ ਟੋਈ, ਕਿਤੇ ਵੀ ਟੋਈ ਨਾ ਮਿਲੇ। ਕਹਿੰਦੇ ਸ਼ਰਨ ਆਵੇ ਤਾਂ ਨਿਰਮਲ ਹੋਈ, ਸ਼ਰਨ ਆਉਣ ਤੋਂ ਹੀ ਮੈਲ ਤੋਂ ਰਹਿਤ ਹੋ ਗਏ। ਅਸੀਂ ਤਾਂ ਉਹੀ ਘਸੀਟੂ ਰਾਮ ਆ। ਉਹ ਜਿਵੇਂ ਘਸੀਟੂ ਨੂੰ ਸਾਰੇ ਬ੍ਰਹਮ ਗਿਆਨੀ ਕਹਿਣ ਲੱਗ ਪਏ ਤੇ ਉਹ ਫਖਰ ਨਾਲ ਹੰਕਾਰੀ ਹੋ ਗਿਆ। ਫਿਰ ਸੰਤ ਕਹਿਣ ਲੱਗੇ ਵੀ ਕਿਸੇ ਨੇ ਇਹਨੂੰ ਬ੍ਰਹਮ ਗਿਆਨੀ ਨਹੀਂ ਕਹਿਣਾ, ਘਸੀਟੂ ਕਹਿਣਾ ਹੈ। ਉਹ ਗੁੱਸੇ 'ਚ ਆ ਗਿਆ। ਮਹਾਂਪੁਰਖਾਂ ਕੋਲ ਸ਼ਿਕਾਇਤ ਲੈ ਕੇ ਆਇਆ। ਮਹਾਂਪੁਰਖ ਕਹਿਣ ਲੱਗੇ ਵੀ ਤੂੰ ਤਾਂ ਉਹੀ ਘਸੀਟੂ ਆ ਭਾਈ, ਕਹਿਣ ਦੇ ਨਾਲ ਥੋੜ੍ਹਾ ਬੰਦਾ ਬਣ ਜਾਂਦਾ। ਤੋ ਇਸ ਤਰ੍ਹਾਂ ਇਹ ਵਾਹਿਗੁਰੂ ਦੀ ਕਿਰਪਾ ਹੈ ਵੀ ਸੰਤਾਂ ਦੀ ਗੱਦੀ ਦੇ ਉੱਪਰ ਬਿਠਾਲ ਕੇ ਇਹ ਜਿਹੜੀ ਡਿਊਟੀ ਹੈ, ਇਹ ਜਿਹੜੀ ਸੇਵਾ ਹੈ, ਬ੍ਰਹਮ ਗਿਆਨੀ ਸੰਤਾਂ ਦੀ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦੀ ਸੇਵਾ ਹੈ। ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਅਰਥ ਸੰਗਤਾਂ ਨੂੰ ਸਰਵਣ ਕਰਾਉਣੇ ਤੇ ਵਿਦਿਆਰਥੀਆਂ ਦੀ ਪੜ੍ਹਾਈ ਕਰਾਉਣੀ। ਜੇ ਸਾਨੂੰ ਇਹ ਦਾਤ ਮਹਾਂਪੁਰਖਾਂ ਵੱਲੋਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦ ਸ਼ਾਨਦਾਰ ਮਿਲਿਆ ਹੈ, ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਕਿਨਕਾ ਵੀ ਬਹੁਤ ਵੱਡਾ ਹੁੰਦਾ ਤੇ ਇਹ ਵਾਹਿਗੁਰੂ ਦੀ ਕਿਰਪਾ ਹੈ। ਇਸ ਲਈ ਹੈ ਤਾਂ ਸੀ ਆਪਾਂ ਪਾਪੀ, ਪਤਾ ਨਹੀਂ ਪਿਛਲੇ ਜਨਮਾਂ ਦੇ ਕਿੰਨੇ ਕੁ ਗੁਨਾਹ ਸੀਗੇ, ਪਰ ਮਹਾਰਾਜ ਨੇ ਮਨੁੱਖਾ ਜਨਮ ਦਿੱਤਾ, ਫਿਰ ਆਪ ਦੀ ਸੰਗਤ ਦਿੱਤੀ, ਫਿਰ ਬ੍ਰਹਮ ਗਿਆਨੀਆਂ ਦੇ ਦਰਸ਼ਨ ਕਰਾਏ, ਜਿਨ੍ਹਾਂ ਨੇ ਸਾਨੂੰ ਊੜਾ ਐੜਾ ਗੁਰਬਾਣੀ ਦੇ ਅੱਖਰ ਪੜ੍ਹਾ ਕੇ ਲਗਾ ਮਾਤਰਾ ਅਰਥ ਸੁਣਾ ਕੇ ਤੇ ਇਹ ਸੰਗਤਾਂ ਦੀ ਸੇਵਾ ਦੇ ਯੋਗ ਬਣਾਇਆ। ਆਪ ਦੀ ਸ਼ਰਨ ਦੇ ਵਿੱਚ, ਆਪ ਦੀ ਓਟ ਦੇ ਵਿੱਚ ਰੱਖਣਾ ਕੀਤਾ ਹੈ। ਆ ਜਿਹੜਾ ਥੜਾ ਸਾਹਿਬ ਹੈ,
ਇਹਦੇ ਨੀਚੇ ਬਾਬਾ ਜੀ ਦਾ ਅੰਗੀਠਾ ਸਾਹਿਬ ਹੈ। ਦੂਜੇ ਪਾਸੇ ਦੂਜੇ ਸ਼ਹੀਦਾਂ ਦਾ ਅਸਥਾਨ। ਸਾਡੇ ਵਰਗੇ ਜਿਹੜੇ ਗੁਨਾਹਗਾਰ ਪਾਪੀ ਤੇ ਵਿਕਾਰਾਂ ਦੇ ਨਾਲ ਮੈਲੇ ਹੋਏ ਥੜੇ ਉੱਪਰ ਚੜ੍ਹਨ ਦੀ ਯੋਗਤਾ ਨਹੀਂ ਰੱਖਦੇ। ਕਈ ਵਾਰ ਯਾਨੀ ਕਿ ਹਮੇਸ਼ਾ ਹੀ ਮੈਂ ਚੜ੍ਹਨ ਲੱਗਾ ਇਹ ਸੋਚਦਾ ਹੁੰਦਾ ਹਾਂ, ਜਿਹੜਾ ਗੁਰਦੁਆਰਾ ਖੱਡੀ ਸਾਹਿਬ ਹੈ, ਖੱਡੀ ਸਾਹਿਬ, ਖਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਅੰਤਮ ਅਸਥਾਨ, ਜਿੱਥੇ ਗੁਰੂ ਅੰਗਦ ਦੇਵ ਜੀ ਦਾ ਅੰਤਮ ਸੰਸਕਾਰ ਹੋਇਆ। ਇੱਕ ਤਾਂ ਖੱਡੀ ਸਾਹਿਬ ਜਿੱਥੇ ਮਹਾਰਾਜ ਦੇ ਨਾਲ ਚਰਨ ਅੜੇ, ਉਹ ਖੱਡੀ ਅੜੀ ਤੇ ਉਹ ਗੁਰੂ ਸਾਹਿਬ ਜੀ ਡਿੱਗ ਪਏ, ਗੁਰੂ ਅਮਰਦਾਸ ਜੀ, ਉਹ ਖੱਡੀ ਦਾ ਇਤਿਹਾਸ ਹੈ। ਇੱਕ ਉੱਥੇ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਹੋਇਆ। ਉੱਥੇ ਥੜਾ ਸਾਹਿਬ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੈ। ਉਹ ਅਲੱਗ ਤੋਂ ਪ੍ਰਕਾਸ਼ ਹੈ। ਉਹ ਉਹਨਾਂ ਕੀ ਥੜਾ ਹੈ ਜਿੰਨੇ ਕੁ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਸਕਣ। ਤੇ ਕਈ ਵਾਰ ਮਹਾਂਪੁਰਖਾਂ ਦੇ ਨਾਲ ਉੱਥੇ ਦੀਵਾਨ ਲਾਉਣ ਦਾ ਮੌਕਾ ਮਿਲਿਆ ਤੇ ਦੀਵਾਨ ਲਾ ਕੇ ਮੇਰਾ ਸੁਭਾਅ ਹੈ ਵੀ ਮੈਂ ਭੱਜਦਾ ਨਹੀਂ। ਗੁਰੂ ਸਾਹਿਬ ਦੀ ਕਿਰਪਾ ਹੀ ਰਹੇ। ਅਰਦਾਸ ਕਰੀਦੀ ਹੈ, ਹੁਕਮਨਾਮਾ ਉਹ ਤਾਂ ਗ੍ਰੰਥੀਆਂ ਦਾ ਕੰਮ ਹੁੰਦਾ, ਜਿਹਦੀ ਡਿਊਟੀ ਹੋਵੇ ਸੇਵਾ ਦੀ। ਤੇ ਪਰ ਚਲੋ ਸਰੀਰ ਨੇ ਕਿਹੜਾ ਵੱਧ ਜਾਣਾ, ਸ਼ਾਮਾਂ ਨੂੰ ਵੀ ਸਵੇਰੇ ਵੀ ਹੁਕਮਨਾਮਾ ਵੀ ਆਪ ਹੀ ਲੈਣਾ। ਤੇ ਉੱਥੇ ਬੈਠਣ ਦੀ ਜਗ੍ਹਾ ਨਹੀਂ ਹੈ। ਜਿਸ ਤਰ੍ਹਾਂ ਛਾਲ ਮਾਰ ਕੇ ਝਾਟੀ ਆਪਾਂ ਥੜੇ ਤੇ ਬਹਿ ਜਾਂਦੇ ਆ। ਇਹ ਬਾਬੇ ਹਨੂਮਾਨ ਸਿੰਘ ਦਾ ਅੰਗੀਠਾ ਸਾਹਿਬ ਹੈ, ਸ਼ਹੀਦਾਂ ਦੀ ਪਵਿੱਤਰ ਜਗ੍ਹਾ ਹੈ। ਸਾਡੇ ਸਰੀਰ ਜਿੰਨਾ ਮਰਜ਼ੀ ਨਹਾ ਧੋ ਕੇ ਆਈਏ ਫਿਰ ਵੀ ਮੁੜਕੇ ਦੇ ਨਾਲ ਮੈਲੇ ਨੇ। ਮਾਨਸਿਕ ਤੌਰ ਤੇ ਸਥਿਤੀਆਂ ਠੀਕ ਨਹੀਂ ਹਨ। ਜਿਹੜੇ ਮਨ ਹਨ ਉਲਟੇ ਪੁਲਟੇ ਵਿਚਾਰਾਂ ਵਾਲੇ ਨੇ। ਤੋ ਇਸ ਵਾਸਤੇ ਸ਼ਹੀਦਾਂ ਦੇ ਪਵਿੱਤਰ ਸਥਾਨ 'ਤੇ ਸਰੀਰ ਬੈਠਣ ਦੇ ਯੋਗ ਨਹੀਂ ਹੈ। ਗੁਰੂ ਅੰਗਦ ਦੇਵ ਮਹਾਰਾਜ ਦੇ ਸਥਾਨ 'ਤੇ ਬੈਠਣ ਦੀ ਜਗ੍ਹਾ ਹੀ ਨਹੀਂ ਹੈ। ਥੜਾ ਹੀ ਉਹਨਾਂ ਕਾ ਜਿੰਨਾ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਹੁਕਮਨਾਮਾ ਲਈਦਾ ਖੜੇ ਹੋ ਕੇ, ਖੜੇ ਹੋ ਕੇ ਮਾਰੇ ਤੋਂ ਰੁਮਾਲਾ ਲਾਈਦਾ। ਤੇ ਜੇ ਬਹੁਤਾ ਵੀ ਮਰਿਆਦਾ ਨੂੰ ਦੇਖਣਾ ਹੋਵੇ ਤਾਂ ਪਿਛਲੇ ਪਾਸੇ ਟੇਬਲ ਰੱਖਿਆ ਜਾ ਸਕਦਾ ਵੱਖਰਾ, ਥੜੇ ਵਾਂਗ ਬਿਲਕੁਲ ਬਰਾਬਰ ਦਾ। ਤਾਂ ਉਂਝ ਵੈਸੇ ਕੋਈ ਹਰਜ ਨਹੀਂ ਹੈ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਵਜ਼ੀਰਾਂ ਨੇ ਨਹੀਂ ਬੈਠਣਾ ਫਿਰ ਹੋਰ ਕੌਣ ਬੈਠਣਗੇ। ਚੌਂਕੜਾ ਮਾਰ ਕੇ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਾਂ ਕਰ ਸਕਦੇ ਹਾਂ। ਤਾਂ ਵੈਸੇ ਉਹ ਮੈਂ ਆਪ ਜੀ ਨੂੰ ਇੱਕ ਬੇਨਤੀ ਸਾਂਝੀ ਕੀਤੀ ਹੈ ਵੀ ਉਹ ਗੁਰਦੁਆਰਾ ਸਾਹਿਬ ਦੀ ਉਹ ਮਰਜ਼ਾਦਾ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਪਵਿੱਤਰ ਸਥਾਨ ਦੇ ਉਹ ਗ੍ਰੰਥੀ ਸਿੰਘ ਚੌਂਕੜਾ ਨਹੀਂ ਮਾਰਦਾ, ਖੜਾ ਹੋ ਕੇ ਗੁਰੂ ਸਾਹਿਬ ਦਾ ਹੁਕਮਨਾਮਾ ਲੈਂਦਾ। ਇਉਂ ਇਹ ਮਹਾਰਾਜ ਹਉ ਪਾਪੀ ਤੂੰ ਬਖਸ਼ਣਹਾਰ। ਅਸੀਂ ਪਾਪੀ ਹਾਂ, ਤੂੰ ਬਖਸ਼ਣ ਵਾਲਾ ਹੈ। जिस पापी को मिले न ढोई शरण आवे तो निर्मल होई। हम पापी शरण रखे तू सानू आप दी ओट दे विच रखिया, ये तेरा धन्नवाद है, तह दिलों धन्नवाद है जी। सानू जगह दिती है आप दे स्थान दे जुड़ मिल के बैठन दी, आप दे गुण गाउण दी, ये तेरी कृपा है। इसलिए कृपा करो, ऐसी कृपा करो प्रभु मेरे, हर नानक बिसर ना कब हूँ महाराज सच्चे पातशाह, कब हूँ मेरे किसी वक्त भी तू सानू ना भुल। तुम वड पुरखा दीन दुख भंजन। हे परमेश्वर तुसी ब्रह्मा विष्णु आदिक तो वैराट हिरण गर्भ अभ्याकृत आदिक तो सबना तो वड्डे पुरख हो ਅਤੇ ਦੀਨ ਗਰੀਬਾਂ ਦੇ ਦੁੱਖ ਭੰਜਨ, ਦੁੱਖਾਂ ਨੂੰ ਨਾਸ਼ ਕਰਨ ਵਾਲੇ, ਮਿਟਣ ਵਾਲੇ ਹੋ ਜੀ। ਹਰ ਦੀਓ ਨਾਮ ਮੁਖੇ। हे ਹਰੀ ਪਰਮੇਸ਼ਰ ਤੁਸੀਂ ਕਿਰਪਾ ਕਰਕੇ ਸਾਡੇ ਅੰਤःਕਰਨ ਰੂਪੀ ਮੁਖੜੇ ਵਿੱਚ ਆਪਣਾ ਨਾਮ ਅੰਮ੍ਰਿਤ ਦਿੱਤਾ ਹੈ। आप कृपा की अपना नाम दे के सानू मुखे मुक्त रूप कर दिता है। हर गुण ऊंचा नीच हम गाए। ये हरि परमेश्वर आप जी दे गुण बहुत उच्चे ने,
ਤੇ ਜਦ ਅਸੀਂ ਨੀਚਾ ਨੇ ਤੇਰੇ ਗੁਣਾਂ ਨੂੰ ਗਾਇਆ ਹੈ। ਹਮ ਨੀਚ ਸੇ ਉਤਮ ਬਏ ਸੀ, ਅਸੀਂ ਨੀਚ। ਸਾਈਕਲ ਫੜਨਾ ਤੇ ਨਗਰ ਦੀਆਂ ਰੋੜੀਆਂ ਦੇ ਨਿਆਈਆਂ 'ਚ ਗੰਦਮੰਦ ਵਾਲੀ ਜਗ੍ਹਾ 'ਤੇ ਮਾਫ ਕਰਨਾ, ਛੱਪੜਾਂ ਦੇ ਕੰਢੇ ਖਿੱਦੋ ਖੁੰਡੀ ਲੀਰਾਂ ਦੇ ਮਗਰ ਮਗਰ ਉਹ ਡੰਡੇ ਫੜ ਕੇ ਦੌੜੀ ਫਿਰਨਾ, ਮੱਝਾਂ ਗਾਵਾਂ ਦੀਆਂ ਬੂਸ਼ਾਂ ਮਰੋੜਦੀਆਂ ਛੱਪੜ 'ਚ ਤੁਰੇ ਫਿਰਨਾ, ਚਾਰ ਸਵੇਰੇ ਮੁੜਕਾ ਬੁਰੇ ਹਾਲ। ਤੇ ਪਤਾ ਹੀ ਨਹੀਂ ਸੀਗਾ ਵੀ ਗੁਰੂ ਘਰ ਹੈ ਕਿੱਥੇ, ਟਕਸਾਲ ਵੱਸਦੀ ਕਿੱਥੇ ਹੈ, ਕਥਾ ਵੀ ਕੋਈ ਦਾਤ ਹੈ ਜਾਂ ਨਹੀਂ ਹੈ। ਤੋ ਇਸ ਵਾਸਤੇ ਸੀ ਤਾਂ ਅਸੀਂ ਨੀਚ, ਤੇ ਪਰ ਜਿਹੜੀ ਤੋਂ ਤੇਰੀ ਕਿਰਪਾ ਹੋਈ, ਗੁਣ ਗਾਉਂਦਿਆਂ ਨੂੰ ਦੇਖਿਆ ਤੇ ਮਨ ਵਿੱਚ ਚਾਅ ਹੋਇਆ, ਤੇ ਉਹਨਾਂ ਨਾਲ ਮਿਲ ਕੇ ਆਪਾਂ ਵੀ ਜ਼ਬਾਨ ਹਿਲਾਉਣੀ ਸ਼ੁਰੂ ਕਰ ਦਿੱਤੀ। ਟੱਲੀਆਂ ਟੁੱਲੀਆਂ ਵੱਜਦੀਆਂ ਸੁਣੀਆਂ ਵੀ ਸੋਹਣੇ ਸਾਜ਼ ਵੱਜਦੇ ਨੇ ਤੇ ਸੋਹਣਾ ਮਹਾਰਾਜ ਦਾ ਕੀਰਤਨ ਹੋ ਰਿਹਾ। ਤੇ ਜਦ ਅਸੀਂ ਵੀ ਗਾਉਣ ਮਨਾਉਣ ਲੱਗ ਪਏ ਤਾਂ ਮਹਾਰਾਜ ਦੀ ਕਿਰਪਾ ਨਾਲ ਨੀਵਿਆਂ ਤੋਂ ਉੱਚੇ ਹੋ ਗਏ। ਜਿਹੜੀ ਵੇਲ ਹੁੰਦੀ ਹੈ, ਵੇਲ ਉਹ ਜਿੰਨੀ ਉੱਚੀ ਖਜੂਰ 'ਤੇ ਚੜ੍ਹ ਜਾਏ ਤੇ ਉਨੀ ਉੱਚੀ ਹੋ ਜਾਂਦੀ ਹੈ, ਹੁੰਦੀ ਉਹ ਨਰਮ ਹੈ। ਇਸ ਤਰ੍ਹਾਂ ਸੋ ਨੀਵਿਆਂ ਤੋਂ ਉੱਚੇ ਹੋ ਗਏ। ਗੁਰ ਸਤਿਗੁਰਾਂ ਸੰਗ ਸਖੇ ਅਤੇ ਗੁਰ ਪੂਜਨੀਕ ਸਤਿਗੁਰਾਂ ਦੀ ਸੰਗਤ ਦੇ ਨਾਲ ਮਿਲ ਕੇ ਸਭ ਦੇ ਸਖੇ ਪਿਆਰੇ ਬਣ ਗਏ, ਜਾਂ ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ 'ਚ ਮਿਲ ਕੇ ਨੀਵਿਆਂ ਤੋਂ ਉੱਚੇ ਹੋ ਗਏ, ਜਾਂ ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ ਦੁਆਰਾ ਅਸੀਂ ਨੀਚਾ ਨੇ ਪਰਮੇਸ਼ਰ ਦੇ ਉੱਚੇ ਗੁਣ ਗਾਏ ਨੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ। ਜਿਹੜੇ ਸਾਡੇ ਸਾਹਮਣੇ ਬੈਠੇ ਨੇ ਉਹਨਾਂ ਨੂੰ ਤੇ ਮਹਾਰਾਜ ਸਾਡੇ ਬਾਰੇ ਪਤਾ ਨਹੀਂ, ਪਰ ਤੂੰ ਤਾਂ ਜਾਣਦਾ ਹੀ ਹੈ ਵੀ ਆਪਾਂ ਕਿਸ ਤਰ੍ਹਾਂ ਦੇ ਤੇਰੇ ਕੋਲ ਆਏ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਸਾਡੀ ਹਾਲਤ ਨੂੰ, ਵਿਵਸਥਾ ਨੂੰ ਜਾਣਦਾ ਹੈ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਬੂਸ਼ਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੀਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਧੰਨ ਹੋ, ਤੁਹਾਡੇ ਨਾਲ ਮਿਲ ਕੇ ਅਸੀਂ ਰੋਂਦੇ ਘੁਲਾਉਂਦੇ ਦੁਖੀ ਹੋ ਗਏ ਤੇ ਘਰ ਛੱਡ ਕੇ ਤੁਹਾਡੇ ਚਰਨਾਂ ਜਾਈ ਸੀ, ਤੁਸੀਂ ਆਉਂਦੇ ਹਸਾ ਦਿੱਤਾ। ਅਗਦੇ ਮਰਗ ਮੁਰਗ ਤੇ ਜਾਓ ਨਾ ਵੀ ਬੰਦੇ ਦਾ ਰੋਣ ਨੂੰ ਜੀ ਕਰੇ, ਉਹ ਰੋਣ ਵਾਲੀਆਂ ਝਾਟੀ ਰਵਾ ਦਿੰਦੀਆਂ ਨੇ। ਤੇ ਜਿੱਥੇ ਵਾਜੇ ਬੁਝੇ ਵੱਜਦੇ ਬੰਦੇ ਨੱਚਦੇ ਗਾਉਂਦੇ ਹੋਣ ਉੱਥੇ ਬਦੋ ਬਦੀ ਬੰਦਾ ਖੁਸ਼ ਹੋ ਜਾਂਦਾ। ਇਉਂ ਗੁਰਦੁਆਰੇ ਦਾ ਮਾਹੌਲ ਵਾਤਾਵਰਨ ਹੀ ਹੱਸਦੇ ਆਉਂਦਾ ਹੈ। ਇੱਥੇ ਰੋਂਦਾ ਹੋਇਆ ਬੰਦਾ ਵੀ ਰੋਵਤ ਜਾਏ ਸੋ ਹੱਸੈ, ਹੱਸਣ ਲੱਗ ਪੈਂਦਾ। ਉਹਨੂੰ ਸੰਗਤ ਚੇਤਾ ਭੁਲਾ ਦਿੰਦੀ ਹੈ ਦੁੱਖ ਦਾ। ਦੁੱਖ ਭਾਵੇਂ ਉਤਰਾ ਹੀ ਰਹਿੰਦੇ ਨੇ, ਪਰ ਜਿਹੜੀਆਂ ਦੁੱਖ ਦੀਆਂ ਫੀਲਿੰਗਸ ਨੇ ਉਹ ਘਟ ਜਾਂਦੀਆਂ ਨੇ। ਮਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਵੀ ਕੋਈ ਨਹੀਂ, ਮਰਨਾ ਹੀ ਹੈ, ਸਾਰੀ ਦੁਨੀਆ ਮਰਦੀ ਹੈ, ਫਿਰ ਕੀ ਹੈ। ਤੋ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਨਿਰਭਉ ਜਿਨ ਹਰਿ ਨਿਰਭਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਾਸੀ। ਵੀ ਚਲੋ ਜੇ ਅੱਜ ਵੀ ਚੜ੍ਹਾਈ ਕਰ ਗਏ ਤੇ ਜ਼ਿੰਦਗੀ ਤਾਂ ਸਫਲ ਹੈ ਹੀ ਆ। ਗੁਰੂ ਜੀ ਦੇ ਦਰਸ਼ਨ ਤਾਂ ਹੋ ਹੀ ਰਹੇ ਨੇ, ਸੇਵਾ ਵਿੱਚ ਤਾਂ ਹਾਜ਼ਰੀਆਂ। ਇੰਨਾ ਕੁ ਹੌਸਲਾ ਹੋ ਜਾਂਦਾ ਵੀ ਮਹਾਰਾਜ ਰਾਖੇ ਬਣਨਗੇ। ਤੋ ਇਸ ਤਰ੍ਹਾਂ ਸੀ ਤਾਂ ਅਸੀਂ ਪਾਪੀ ਤੇ ਨੀਵੇਂ, ਤੇ ਪਰ ਗੁਣ ਗਾ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰੂ ਪੂਜਨੀਕ ਸਤਿਗੁਰਾਂ ਦੀ ਸੰਗਤ ਨਾਲ ਮਿਲ ਕੇ ਅਸੀਂ ਸਭਨਾਂ ਦੇ ਪਿਆਰੇ ਬਣ ਗਏ ਹਾਂ। ਜਿਉ ਚੰਦਨ ਸੰਗ ਬਸੈ ਨਿਮ ਬਿਰਖਾ। ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ ਦੁਆਰਾ ਅਸੀਂ ਨੀਚਾ ਨੇ ਜਦ ਪਰਮੇਸ਼ਰ ਦੇ ਉੱਚੇ ਗੁਣ ਗਾਏ ਤਾਂ ਜਿਉਂ ਚੰਦਨ ਸੰਗ ਬਸਿਆ ਨਿਮ ਬਿਰਖਾ।
ਜਿਵੇਂ ਚੰਦਨ ਦੇ ਬ੍ਰਿਕਸ਼ ਨਾਲ ਕੁੜੱਤਣ ਵਾਲਾ ਨਿੰਮ ਦਾ ਬ੍ਰਿਕਸ਼ ਵਸਣਾ ਕਰੇ, ਤਾਂ ਉਸ ਨਿੰਮ ਦੇ ਵਿੱਚ ਵੀ ਗੁਣ ਚੰਦਨ ਕੇ ਵਸ ਖੇ। ਚੰਦਨ ਦੀ ਸੀਤਲਤਾ ਤੇ ਸੁਗੰਧੀ ਆਦਿ ਗੁਣ ਵਸ ਜਾਂਦੇ ਹਨ। ਇਸੇ ਪ੍ਰਕਾਰ ਚੰਦਨ ਨਿਕਟ ਸਭ ਚੰਦਨ ਹੋਈਆ। ਜੋ ਚੰਦਨ ਸੰਗ ਬਸੈ ਨਿਮ ਬਿਰਖਾ। ਗੁਰੂ ਰੂਪ ਚੰਦਨ ਦੀ ਸੰਗਤ ਦੇ ਨਾਲ ਜੇਕਰ ਨਿੰਮ ਦੇ ਬ੍ਰਿਕਸ਼ ਪੱਤ ਕੌੜੇ ਸੁਭਾਅ ਵਾਲਾ ਵਿਸ਼ਿਆਂ ਰੂਪੀ ਕੁੜੱਤਣ ਵਾਲਾ ਜੀਵ ਵਸਣਾ ਕਰੇ, ਤਾਂ ਉਸ ਕੌੜੇ ਸੁਭਾਅ ਵਾਲੇ ਜੀਵ ਦੇ ਵਿੱਚ ਗੁਰੂ ਰੂਪੀ ਚੰਦਨ ਦੇ ਭਗਤੀ ਰੂਪ ਸੁਗੰਧੀ ਤੇ ਸ਼ਾਂਤੀ ਰੂਪ ਸੀਤਲਤਾ ਆਦਿ ਦੇ ਜਿਹੜੇ ਗੁਣ ਹਨ। ਗੁਣ ਚੰਦਨ ਕੇ ਬਸ ਖੇ। ਇਹ ਚੰਦਨ ਵਾਲੇ ਗੁਣ ਬਸ ਖੇਰ ਦੇ ਰੂਪੀ ਕੇ ਆਕਾਸ਼ ਵਿੱਚ ਵਸ ਜਾਂਦੇ ਨੇ। ਹਿਰਦਾ ਗੁਣਾਂ ਦੇ ਨਾਲ ਸਰਸ਼ਾਰ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰ ਦਿੰਦੇ ਨੇ। ਕਬੀਰ ਦੀ ਮਾਂ ਵਿਚਾਰੀ ਬੜੀ ਰੌਲਾ ਪਾਉਂਦੀ, ਦਰਾਣੀਆਂ ਜਠਾਣੀਆਂ ਦੇ ਕੋਲ ਆ ਕੇ ਆਪ ਦਾ ਦੁੱਖੜਾ ਸਾਂਝਾ ਕਰਦੀ, ਤੇ ਸੰਤਾਂ ਨੂੰ ਵੀ ਕਈ ਵਾਰ ਬੁਰਾ ਭਲਾ ਕਹਿੰਦੀ। ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਇੱਕ ਭਇਓ। ਸਾਤ ਸੂਤ ਇਹਨੂੰ ਮੁੰਡੀਏ ਖੂਏ। ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮਾਰੀ ਕਿਉਂ ਨਾ ਗਿਆ ਨਿਕੰਮਾ ਜਿਹਾ, ਕੰਮ ਕੋਈ ਕਰਦਾ ਨਹੀਂ ਹੈ। ਤੇ ਨਿਆਣੇ ਮੂੰਹ ਵੱਲ ਵੇਂਦੇ ਰਹਿੰਦੇ ਨੇ। ਹਮਕੋ ਚਾਬਣ ਉਨਕੋ ਰੋਟੀ। ਜਿਹੜੀਆਂ 2 ਰੋਟੀਆਂ ਦਾ ਆਟਾ ਹੁੰਦਾ ਪਕਾ ਕੇ ਤੇ ਸੰਤਾਂ ਨੂੰ ਖਵਾ ਦਿੰਦਾ, ਉਹੋ ਜਿਹੀ ਲੋਈ ਇਹਦੇ ਨਾਲ ਆ ਗਈ। ਉਹ ਵੀ ਨਹੀਂ ਇਹਨੂੰ ਸਮਝਾਉਂਦੀ। ਵਿਆਹ ਤਾਂ ਕੀਤਾ ਸੀਗਾ ਵੀ ਘਰ ਵਾਲੀ ਸਮਝਾਊਗੀ, ਉਹ ਵੀ ਇਹਦੇ ਮਗਰ ਹੀ ਲੱਗ ਗਈ। ਸੰਤਾਂ ਦੀ ਸੇਵਾ 'ਚ ਦੋਵੇਂ ਲੱਗੇ ਰਹਿੰਦੇ ਨੇ। ਹਮਕੋ ਸਤਿ ਉਨਕੋ ਖਾਟ। ਸਾਨੂੰ ਪੰਜੇ ਸਵਾਉਂਦੇ ਨੇ, ਨਿਆਣੇ ਵਿਚਾਰੇ ਪੰਜੇ ਸੌਂਦੇ ਨੇ, ਤੇ ਸੰਤਾਂ ਨੂੰ 2 ਮੰਜੀਆਂ ਹੁੰਦੀਆਂ ਘਰਾਂ 'ਚ, ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ। ਉਹ ਮੰਜੀਆਂ ਸੰਤਾਂ ਨੂੰ ਢਾਹ ਦਿੰਦੇ ਨੇ। ਇਹ ਬੜਾ ਵਿਗੜ ਗਿਆ ਹੈ। ਸੰਤਾਂ ਦੀ ਸੰਗਤ ਕਰਕੇ ਇਹ ਵਿਗੜ ਗਿਆ ਹੈ। ਜਦ ਕਬੀਰ ਜੀ ਨੇ ਸੁਣਿਆ ਮਾਤਾ ਦਾ ਲੰਮਾ ਵੀ ਮਾਤਾ ਬੜਾ ਰੌਲਾ ਪਾਉਂਦੀ ਹੈ, ਕਬੀਰ ਜੀ ਆਪ ਜੀ ਦੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਆ। ਗੁਰੂ ਨਾਨਕ ਸਾਹਿਬ ਵੀ ਨਹੀਂ ਸਨ ਬੋਲਦੇ ਹੁੰਦੇ। ਮਾਂ ਪਿਓ ਜਿੰਨੇ ਮਰਜ਼ੀ ਮਾੜੇ ਹੋਣ, ਪਰ ਪੁੱਤਾਂ ਲਈ ਧੀਆਂ ਲਈ ਮਾੜੇ ਨਹੀਂ ਹੁੰਦੇ। ਜੋ ਮਰਜ਼ੀ ਉਲਟਾ ਸਿੱਧਾ ਬੋਲਣ, ਪਰ ਉਹਨਾਂ ਦੇ ਮਨ 'ਚ ਪਿਆਰ ਹੁੰਦਾ ਹੈ। ਜੇ ਉਹ ਗੁੱਸੇ ਵਿੱਚ ਵੀ ਕਹਿੰਦੇ ਨੇ ਤਾਂ ਦਿਲੋਂ ਪਿਆਰ ਕਰਕੇ ਕਹਿੰਦੇ ਨੇ। ਤੁਸੀਂ ਰਾਹ ਜਾਂਦੇ ਨੂੰ ਝਿੜਕ ਕੇ ਦਿਖਾਓ, ਕੋਈ ਗੱਲ ਸੁਣਦਾ ਕਿਸੇ ਦੀ? ਬਿਲਕੁਲ ਨਹੀਂ। ਇਸ ਲਈ ਮਾਂ ਜਿੰਨਾ ਮਰਜ਼ੀ ਬੋਲੇ ਪਰ ਉਹ ਮਾੜੀ ਨਹੀਂ ਹੁੰਦੀ ਹੈ। ਤੋ ਕਹਿੰਦੇ ਹਾਂ ਮਾਤਾ ਜੀ, ਹੱਥ ਜੋੜ ਕੇ ਮੱਥਾ ਟੇਕਿਆ ਵੀ ਧੰਨ ਹੈ ਤੂੰ ਜਿਹਨੇ ਮੈਨੂੰ ਜਨਮ ਦਿੱਤਾ। ਹੇ ਮਾਤਾ ਤੂੰ ਧੰਨ ਹੈ, ਮੈਨੂੰ ਪਾਲਿਆ। ਮੈਂ ਤੈਨੂੰ ਨਮਸਕਾਰ ਕਰਦਾ, ਤੂੰ ਸੱਚ ਬੋਲਦੀ ਹੈ, ਝੂਠ ਨਹੀਂ ਬੋਲਦੀ। ਠੀਕ ਮੈਂ ਵਿਗੜ ਗਿਆ, ਪਰ ਵਿਗੜਿਆ ਕਿਹਨੂੰ ਕਹਿੰਦੇ ਨੇ? ਜਿਸ ਤਰ੍ਹਾਂ ਦੀ ਚੀਜ਼ ਪਹਿਲਾਂ ਹੋਵੇ ਉਸ ਤਰ੍ਹਾਂ ਦੀ ਨਾ ਰਹੇ। ਵਿਗੜ ਗਈ, ਬਦਲ ਗਈ, ਚੇਂਜ ਹੋ ਗਈ। ਵਿਗੜਿਆ ਨਾ ਮੈਂ, ਚੇਂਜ ਹੋਏਗਾ। ਤੋ ਠੀਕ ਮੈਂ ਬਦਲ ਗਿਆ ਹਾਂ, ਪਰ ਬਦਲ ਕੇ ਮਾੜਾ ਨਹੀਂ ਬਣਿਆ। ਸ਼ਬਦ ਉਚਾਰਿਆ, ਕਹਿੰਦੇ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਵਰੀ। ਜਿਹੜੀ ਆਮ ਨਦੀ ਸੀ ਉਹ ਗੰਗਾ ਦੇ ਨਾਲ ਮਿਲੀ ਤੇ ਮਿਲ ਕੇ ਵਿਗੜ ਗਈ, ਯਾਨੀ ਬਦਲ ਗਈ। ਤੇ ਬਦਲ ਕੇ ਕੀ ਬਣੀ? ਗੰਗਾ ਦਾ ਰੂਪ ਹੀ ਬਣ ਗਈ। ਗੰਗਾ ਦਾ ਰੂਪ ਹੀ ਬਣ ਗਈ। ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ, ਗਿਰਹ ਸੇਤੀ ਮਾਲ ਤਨ। ਸਮੁੰਦਰ ਤਾਂ ਸ਼ਾਹ ਹੈ, ਸ਼ਾਹੂਕਾਰ। ਆਮ ਨਦੀਆਂ ਨਾਲੇ ਗੰਗਾ 'ਚ ਮਿਲੇ, ਗੰਗਾ ਦਾ ਪਿੱਤਰ ਰੂਪ ਬਣ ਗਏ। ਫਿਰ ਅੱਗੇ ਸਮੁੰਦਰ 'ਚ ਮਿਲ ਕੇ ਸ਼ਾਹੂਕਾਰ, ਵੱਡੇ ਸ਼ਾਹ ਬਣ ਗਏ। ਇਸੇ ਤਰ੍ਹਾਂ ਜਿਉਂ ਮੀਂਹ ਉੱਠੈ, ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ, ਭਵੇ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਜਿਹੜੀ ਕਥਾ ਹੈ ਮੇਰਾ ਛੋਟੇ ਹੁੰਦਿਆਂ ਤੋਂ ਹੀ ਸ਼ੌਂਕ ਹੈ। ਉਹ ਅੱਜ ਕੱਲ੍ਹ ਤਾਂ ਮਹਾਰਾਜ ਦੀ ਕਿਰਪਾ
ਮਾੜਾ ਜਿਹਾ ਸੁੱਚ ਨੱਪੋ ਤੇ ਜਿੱਥੋਂ ਮਰਜ਼ੀ ਕੀਰਤਨ ਕਥਾ ਸੁਣ ਲਓ। ਪੁਰਾਣਾ ਸਮਾਂ ਹੁੰਦਾ ਸੀਗਾ ਤੇ ਟੀਵੀ ਦੇ ਉੱਪਰ ਗੁਰਮੁਖਾਂ ਨੇ ਕੀਰਤਨ ਕਰਨਾ ਜਾਂ ਉਹਨਾਂ ਦੀਆਂ ਕੈਸਟਾਂ ਹੋਣੀਆਂ। ਮੈਨੂੰ ਪੱਕਾ ਯਾਦ ਹੈ ਵੀ ਇਹ ਸ਼ਬਦ ਦਾ ਕੀਰਤਨ ਤੇ ਵਿੱਚ ਵਿਚਾਲੇ ਕਥਾ ਕੀਤੀ ਜਿਹੜੀ, ਉਸ ਤਰ੍ਹਾਂ ਮੈਂ ਸੁਣ ਕੇ ਪਕਾ ਲਈ। ਇਹ ਸੰਤ ਰਾਮ ਸਿੰਘ ਜੀ ਸਿੰਘੜੇ ਵਾਲੇ ਨਾਨਕਸਰ ਵਾਲਿਆਂ ਤੋਂ ਮੈਂ ਸੁਣੀ ਸੀਗੀ, ਟੀਵੀ 'ਚ ਆਉਂਦੇ ਹੁੰਦੇ ਸੀ। ਐਤਵਾਰ ਪਤਾ ਨਹੀਂ ਆਉਂਦੇ ਸੀ, ਇੱਕ ਜਾਂ ਦੋ ਸ਼ਬਦ ਪੜ੍ਹਦੇ। ਇੰਨੀ ਮਿੱਠੀ ਤੇ ਪਿਆਰੀ ਰਸਨਾ, ਐਨ ਬਰੀਕ ਜੀ ਸੁਰੀਲੀ ਆਵਾਜ਼। ਇੱਕ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲਿਆਂ ਦੀ ਆਵਾਜ਼ ਮੈਨੂੰ ਬਹੁਤ ਸੁੰਦਰ ਤੇ ਸੁਰੀਲੀ। ਇੱਕ ਸੰਤ ਰਾਮ ਸਿੰਘ ਜੀ ਸਿੰਘੜੇ ਵਾਲੇ ਨਾਨਕਸਰ, ਜਿਨ੍ਹਾਂ ਨੇ ਆਪਦਾ ਨੋਟ ਲਿਖ ਕੇ ਤੇ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਸੀਗਾ, ਸਾਧ ਸੰਗਤ ਜੀਓ ਉੱਥੇ ਜਾ ਕੇ ਤੇ ਚੜ੍ਹਾਈ ਕਰ ਗਏ। ਕਿਸਾਨਾਂ ਦੇ ਹੱਕ ਦੇ ਵਿੱਚ ਆਪਦੀ ਕੁਰਬਾਨੀ ਦੇ ਗਏ। ਉਹ ਬੜੇ ਵੱਡੇ ਮਹਾਂਪੁਰਖ, ਬੜੇ ਪਿਆਰ ਵਾਲੇ ਸੀਗੇ। ਮੇਰੇ ਮਨ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ। ਭਾਵੇਂ ਮੈਂ ਉੱਥੇ ਨਹੀਂ ਗਿਆ, ਪਰ ਉਹਨਾਂ ਦਾ ਕੀਰਤਨ ਸੁਣ ਕੇ ਮਨ 'ਚ ਪਿਆਰ ਪੈਦਾ ਹੋਇਆ। ਇੱਕ ਭਾਈ ਬਲਵਿੰਦਰ ਸਿੰਘ ਜੀ ਰੰਗੀਲੇ, ਚੰਡੀਗੜ੍ਹ ਵਾਲੇ, ਇਹਨਾਂ ਦੀ ਰਸਨਾ ਬੜੀ ਬਲ ਵਾਲੀ ਹੈ, ਬੰਦੇ ਦੇ ਅੰਦਰ ਹੀ ਖੁੱਭਦੇ ਜਾਂਦੇ ਨੇ। ਜਿਸ ਤਰ੍ਹਾਂ ਨਗਾਰਾ ਗੂੰਜਦਾ ਖੜਕਦਾ ਹੈ, ਇਸ ਤਰ੍ਹਾਂ ਬੜੀ ਗੰਭੀਰ ਆਵਾਜ਼ ਦੇ ਵਿੱਚ ਸਾਖੀ ਸੁਣਾਉਣੀ ਇੱਕ ਹੀ ਸੰਤਾਂ ਭਗਤਾਂ ਦੀ। ਉਹ ਬੱਚਿਆਂ ਦੇ ਜੇ ਪਿਆਰ ਨਾਲ ਸੁਣ ਤੇ ਬਹੁਤ ਡੂੰਘਾ ਅਸਰ ਕਰਦੀ। ਸੋ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਜਿਉ ਮੀਂਹ ਉੱਠੈ ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ, ਪਵਿੱਤ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਉਹ ਗੰਗਾ ਨਾਲ ਮਿਲ ਕੇ ਪਵਿੱਤਰ ਪਾਵਨ ਹੋ ਜਾਂਦਾ। ਇਸੇ ਪ੍ਰਕਾਰ ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਤੇ ਕਹਿੰਦੇ ਨੇ ਕਿ ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਜਿਹੜਾ ਪਾਰਸ ਇੱਕ ਪੱਥਰ ਹੈ, ਜਿਹੜਾ ਆਪਦੇ ਨਾਲ ਛੁਆ ਕੇ ਅੱਠਾਂ ਧਾਤਾਂ ਨੂੰ ਸੋਨਾ ਬਣਾਉਣ ਦੀ ਸਮਰੱਥਾ ਰੱਖਦਾ। ਜਦ ਉਹ ਪਾਰਸ ਦੇ ਨਾਲ 8 ਧਾਤਾਂ ਮਿਲੀਆਂ ਤਾਂਬਾ ਤੇ ਉਹਨੇ ਸੋਨਾ ਬਣਾ ਦਿੱਤੀਆਂ। ਤੇ ਇਸੇ ਤਰ੍ਹਾਂ ਆ ਚੰਦਨ ਦੇ ਉਦਾਹਰਨ ਆ ਰਹੀ ਹੈ। ਚੰਦਨ ਦੇ ਨਾਲ ਵੀ ਭਗਤ ਕਬੀਰ ਸਾਹਿਬ ਜੀ ਨੇ ਉਚਾਰਿਆ ਹੈ ਕਿ ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਚੰਦਨ ਦੇ ਵਿੱਚ ਇਹ ਗੁਣ ਹੈ ਕਿ ਟਾਹਲੀ ਆਦਿਕ ਜਿੰਨੇ ਵੀ ਦਰਖਤ ਨੇ ਉਹਦੇ ਲਾਗੇ ਹੋਣ ਤੋਂ ਜਦ ਉਹਦੀ ਹਵਾ ਉਹਨਾਂ ਨੂੰ ਟੱਚ ਕਰਦੀ ਹੈ ਤੇ ਉਹ ਚੰਦਨ ਦਾ ਹੀ ਰੂਪ ਬਣ ਜਾਂਦੇ। ਉਹੀ ਚੰਦਨ ਬਾਜ਼ਾਰ ਵਿੱਚ ਵਿਕਦਾ। ਅਸਲੀ ਚੰਦਨ ਦਾ ਬੜਾ ਮਹਿੰਗਾ ਹੈ। ਜੰਮੂ ਕਸ਼ਮੀਰ ਚੰਦਨ ਦਾ ਬਾਗ ਹੈ, ਉੱਥੇ ਸਰਕਾਰ ਦਾ ਕਬਜ਼ਾ ਹੈ ਤੇ ਬਕਾਇਦਾ ਬਾਉਂਡਰੀ ਕੀਤੀ ਹੋਈ ਹੈ। ਇੱਕ ਕੇਸਰ ਦੀ ਖੇਤੀ ਹੈ, ਕੇਸਰ ਦੀ ਖੇਤੀ ਦੇ ਉੱਪਰ ਵੀ ਬੜੀ ਸਿਕਿਉਰਿਟੀ ਹੈ। ਤਲਾਸ਼ੀ ਲੈ ਕੇ ਕਾਮਿਆਂ ਨੂੰ ਅੰਦਰ ਜਾਣ ਦਿੰਦੇ ਨੇ, ਤਾਸ਼ੀ ਲੈ ਕੇ ਬਾਹਰ ਕੱਢਦੇ ਨੇ। ਇੱਕ 9 ਪਰ ਵੀ ਕੇਸਰ ਬਾਹਰ ਨਾ ਜਾਏ, ਇੰਨਾ ਮਹਿੰਗਾ ਕੇਸਰ ਹੈ। ਹੁੰਦਾ ਉੱਥੇ ਜੰਮੂ ਜੀ ਹੈ, ਕਸ਼ਮੀਰ 'ਚ, ਤੇ ਥੋੜ੍ਹੀ ਜਿਹੀ ਜਗ੍ਹਾ ਹੈ ਜਿੱਥੇ ਹੁੰਦਾ। ਤੇ ਚੰਦਨ ਦਾ ਵੀ ਕਹਿੰਦੇ ਬਾਗ ਹੈ। ਇੱਕ ਬਜ਼ੁਰਗ ਕਸ਼ਮੀਰ ਦੇ, ਉਹਨਾਂ ਨੇ ਮੈਨੂੰ ਦੱਸਿਆ। ਤੇ ਉਹ ਚੰਦਨ ਇੰਨਾ ਠੰਡਾ ਹੈ ਵੀ ਸੱਪ ਉਹਦੇ ਨਾਲ ਲਪੇਟੇ ਰਹਿੰਦੇ ਨੇ। ਮੈਂ ਕਿਹਾ ਉਹਨਾਂ ਨੂੰ ਤੋੜਦੇ ਕਿਵੇਂ ਨੇ, ਚੰਦਨ ਪ੍ਰਾਪਤ ਕਿਵੇਂ ਕਰਦੇ? ਕਹਿੰਦੇ ਇੱਕ ਗੈਸ ਜੀ ਛੱਡਦੇ ਨੇ, ਸੱਪ ਬੇਹੋਸ਼ ਹੋ ਕੇ ਥੱਲੇ ਡਿੱਗ ਪੈਂਦੇ ਨੇ। ਉਹਨਾਂ ਨੂੰ ਕਿਰਾਏ ਦੇ ਨਾਲ ਕਰਾ ਕੇ ਜਾਂ ਜਿਸ ਤਰ੍ਹਾਂ JCB ਚੁੱਕ ਕੇ ਇੱਕ ਪਾਸੇ ਢੇਰ ਲਾ ਦਿੰਦੀ ਹੈ ਤੇ ਜਦੋਂ ਦਰਖਤ ਖਾਲੀ ਹੋ ਜਾਣ ਫਿਰ ਉਹਨਾਂ ਦਰਖਤਾਂ ਨੂੰ ਕੱਟ ਲੈਂਦੇ ਨੇ ਤੇ ਮੁੜ ਕੇ ਫਿਰ ਸੱਪਾਂ ਨੂੰ ਮਾਰਦੇ ਨਹੀਂ, ਫਿਰ ਹੋਸ਼ 'ਚ ਆ ਜਾਂਦੇ ਨੇ। ਮੁੜ ਕੇ ਫਿਰ ਦਰਵਾਜ਼ਾ ਬੰਦ ਕਰ ਦਿੰਦੇ, ਉੱਥੇ ਕਿਸੇ ਨੂੰ ਜਾਣ ਨਹੀਂ ਦਿੰਦੇ। ਇੰਨਾ ਕੀਮਤੀ ਹੈ ਤੇ ਇੰਨਾ ਗੁਣ ਵਾਲਾ ਹੈ। ਇਉਂ ਸੋ ਜਿਸ ਤਰ੍ਹਾਂ ਚੰਦਨ ਦੇ ਨਾਲ ਮਿਲ ਕਰਕੇ ਟਾਹਲੀ ਆਦਿਕ ਦਰਖਤ ਚੰਦਨ ਦਾ ਰੂਪ ਬਣ ਗਏ, ਇਸੇ ਪ੍ਰਕਾਰ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰੋ। हे ਮੇਰੀ ਮਾਤਾ, ਸੰਤਾਂ ਨਾਲ ਮਿਲ ਕੇ ਮੈਂ ਵਿਗੜ ਗਿਆ।
ਪਰ ਵਿਗੜ ਕੇ ਮਾੜਾ ਨਹੀਂ ਬਣਿਆ। ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕਿਆ ਪਛਾਨੇ। ਰਾਮ ਤੇ ਕਬੀਰ ਇੱਕ ਹੋ ਗਏ। ਸੰਤਾਂ ਨਾਲ ਮਾੜਾ ਨਹੀਂ ਬਣੀਦਾ, ਕੀਮਤ ਵੱਧ ਜਾਂਦੀ ਹੈ। ਜਿਸ ਤਰ੍ਹਾਂ ਤਾਂਬੇ ਦੀ ਕੀਮਤ ਸੋਨਾ ਰੂਪ 'ਚ ਵੱਧ ਗਈ ਤੇ ਜਲ ਦੀ ਕੀਮਤ ਗੰਗਾ ਰੂਪ ਦੇ ਵਿੱਚ ਵੱਧ ਗਈ। ਚੰਦਨ ਦੀ ਸੰਗਤ ਕਰਕੇ ਟਾਹਲੀ ਆਦਿ ਆਮ ਲੱਕੜ ਦਰਖਤ ਦੀ ਜਿਹੜੀ ਕੀਮਤ ਹੈ ਉਹ ਵੱਧ ਗਈ। ਇਸ ਤਰ੍ਹਾਂ ਸੀ ਤਾਂ ਮੈਂ ਆਮ ਬੰਦਾ, ਪਰ ਸੰਤਾਂ ਦੀ ਕਥਾ ਸੁਣ ਕੇ, ਸੰਤਾਂ ਦੀ ਸੇਵਾ ਕਰਕੇ, ਉਹਨਾਂ ਦੇ ਪ੍ਰਵਚਨ ਸੁਣ ਕੇ ਮੈਨੂੰ ਵੀ ਮਹਾਰਾਜ ਨੇ ਸੰਤੀ ਬਣਾਤਾ। ਵਪਾਰੀ ਨਾਲ ਮਿਲ ਕੇ ਬੰਦਾ ਵਪਾਰੀ ਬਣ ਜਾਂਦਾ, ਲੋਹੇ ਦੇ ਮਿਸਤਰੀ ਨਾਲ ਮਿਲ ਕੇ ਲੋਹਾ ਕੁੱਟਣ ਲੱਗ ਜਾਂਦਾ। ਕਿਉਂ ਜਿਹਦੇ ਨਾਲ ਕੰਮ ਕਰੀ ਉਹਦੇ ਵਰਗੇ ਬਣ ਜਾਈਦਾ। ਜੇ ਬਾਣੀ ਦਾ ਕੰਮ ਕਰਾਂਗੇ ਫਿਰ ਬਾਣੀ ਦਾ ਹੀ ਰੂਪ ਮਹਾਰਾਜ ਲੈ ਲੈਣਗੇ, ਉਹੀ ਬਣਾ ਦੇਣਗੇ। ਤੋ ਇਸ ਵਾਸਤੇ ਸੰਤਾਂ ਦੀ ਸੰਗਤ ਕਰਨ ਤੋਂ ਸੰਤਾਂ ਦਾ ਹੀ ਰੂਪ ਬਣ ਗਏ। ਰਾਮ ਕਬੀਰਾ ਇੱਕ ਭਏ ਨਾ, ਕੋਈ ਨਾ ਸਕਿਆ ਪਛਾਨੇ। ਉਹਨਾਂ ਨੇ ਰਾਮ ਦਾ ਨਾਮ ਜਪਾਇਆ ਤੇ ਰਾਮ ਦਾ ਹੀ ਰੂਪ ਬਣਾਤਾ। ਅਬ ਤੋਂ ਜਾਈ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਇੱਕ ਪਏ ਹੈ, ਕੋਈ ਨਾ ਸਕਿਆ ਪਛਾਨੇ। ਤੋ ਇਸ ਤਰ੍ਹਾਂ ਸੋ ਮਹਾਰਾਜ ਕਥਨ ਕਰਦੇ ਹਨ। ਜਿਉ ਚੰਦਨ ਸੰਗ ਬਸੈ ਨਿਮ ਬਰਖਾ। ਜਿਸ ਤਰ੍ਹਾਂ ਸਾਧ ਸੰਗਤ ਜੀਓ ਵੇਖੋ, ਕੀੜੀਆਂ ਹੁੰਦੀਆਂ ਨੇ, ਕੀੜੀਆਂ ਕਿੰਨੀਆਂ ਜ਼ਹਿਰੀਲੀਆਂ ਹੁੰਦੀਆਂ। ਸੱਪ ਦੀ ਸੁੰਡ ਤੇ ਲੜ ਜਾਏ ਕੀੜੀ, ਕਹਿੰਦੇ ਉਹਨੂੰ ਮਾਰ ਕੱਟਦੀ। ਪਰ ਵੇਖੋ ਮੈਜੋਰਟੀ ਕਿੰਨੀਆਂ ਇਕੱਠੀਆਂ ਰਲ ਕੇ ਕਈ ਕੁਛ ਕਰੀ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਜਿਹੜੀਆਂ ਮੱਖੀਆਂ ਹੁੰਦੀਆਂ, ਨਿੱਕੀਆਂ ਨਿੱਕੀਆਂ ਮੱਖੀਆਂ ਕਿੰਨੀਆਂ ਕੌੜੀਆਂ ਹੁੰਦੀਆਂ ਨੇ, ਲੜ ਜਾਏ ਸਹੀ ਜਾਨ ਕੱਢ ਕੇ ਰੱਖ ਦਿੰਦੀਆਂ। ਪਰ ਉਹ ਇਕੱਠੀਆਂ ਹੋ ਕੇ ਫੁੱਲਾਂ ਤੋਂ ਸ਼ਹਿਦ ਬਣਾ ਦਿੰਦੀਆਂ, ਕਿੰਨਾ ਮਿੱਠਾ ਹੁੰਦਾ। ਕਿਉਂ ਹੈ ਤਾਂ ਅਸੀਂ ਜਿਸ ਤਰ੍ਹਾਂ ਦੇ ਮਰਜ਼ੀ ਸਮਝ ਲਓ। ਜਿੰਨਾ ਗੁੱਸਾ ਸਿੱਖ ਦੇ ਵਿੱਚ ਹੈ, ਮੇਰੇ ਖਿਆਲ ਮੁਤਾਬਕ ਕਿਸੇ ਹੋਰ ਧਰਮ ਵਾਲੇ ਬੰਦੇ 'ਚ ਨਹੀਂ ਹੋਊਗਾ। ਇਹ ਤਾਂ ਅੱਗ ਦੀ ਲਾਟ ਨੇ। ਔਰ ਕਿੰਨੇ ਹਜ਼ਾਰ ਵੋਲਟ ਕਹਿ ਲਓ, ਉਨੇ ਹਜ਼ਾਰ ਹੀ ਇਹਨਾਂ 'ਚ ਕਰੰਟ ਹੈ, ਮਾਫ ਕਰਨਾ। ਤੋ ਇੰਨੇ ਗੁੱਸੇ ਖੋਰ ਹਨ। ਇਕੱਲਾ ਬੰਦਾ ਤਾਂ ਬੜਾ ਜ਼ਹਿਰੀ ਹੈ, ਪਰ ਜੇ ਮਿਲ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦਾ ਜਦ ਨਾਮ ਜਪਣ ਲੱਗ ਪਏ, ਗੁਰੂ ਸਾਹਿਬ ਅੰਮ੍ਰਿਤ ਭਰ ਕੇ ਤੇ ਮਿੱਠਾ ਬਣਾ ਦਿੰਦੇ। ਜੇ ਮਾਤਾ ਜੀਤ ਕੌਰ ਨੇ ਪਤਾਸੇ ਨਾ ਪਾਏ ਹੁੰਦੇ ਤਾਂ ਇਹਨਾਂ ਲੜ ਹੀ ਮਰ ਜਾਣਾ ਸੀ ਆਪਸ ਦੇ ਵਿੱਚ। ਬਚਾਈ ਤਾਂ ਹੋਇਆ ਵੀ ਪਤਾਸੇ ਮਾਤਾ ਨੇ ਪਾਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵੀ ਹੁਣ ਮਿੱਠਾ ਵੀ ਹੋਊਗਾ। ਤੋ ਹੈ ਤਾਂ ਨਿੰਮ ਦੀ ਤਰ੍ਹਾਂ ਅਸੀਂ ਕੌੜੇ ਆ, ਗੁੱਸੇ ਖੋਰ ਆ, ਲੜਾਈ ਝਗੜੇ ਵਾਲੇ ਤੇ ਖਹਿਬਾਜੀ ਵਾਲੇ। ਕੋਈ ਗੱਲ ਕਰਕੇ ਜਾਵੇ ਕਿੱਥੇ ਤੇ ਬੰਦੇ ਨੂੰ ਲਾਂਘ ਨਹੀਂ ਪੁੱਟਣ ਦਿੰਦੇ। ਇਸ ਤਰ੍ਹਾਂ ਦਾ ਖਾਲਸਾ ਹੈ। ਮਹਾਰਾਜ ਸਾਡਾ ਪਿਤਾ ਵੀ ਇਸ ਤਰ੍ਹਾਂ ਦਾ ਸੀਗਾ। ਕਟਾਰ ਮਾਰੀ ਤੇ ਬੰਦਾ ਤੰਬੂ ਨਹੀਂ ਟੱਪ ਸਕਿਆ, ਕਹਿੰਦੇ ਪੁੱਤ ਹੁਣ ਇੱਥੇ ਤੈਨੂੰ ਰੱਖਦਾ। ਸੁੱਤੇ ਉੱਠ ਕੇ ਖਲੋ ਗਏ, ਕਟਾਰ ਕੱਢ ਕੇ ਉਹਦੀ ਵੱਖੀ 'ਚ ਮਾਰ ਕੇ ਉਹਨੂੰ ਉੱਥੇ ਸੁੱਟ ਲਿਆ ਸੀਗਾ। ਤੇ ਇਸ ਵਾਸਤੇ ਹੈ ਤਾਂ ਜ਼ਹਿਰ ਦੇ ਭਰੇ ਹੋਏ, ਕ੍ਰੋਧ ਰੂਪੀ ਜ਼ਹਿਰ। ਪਰ ਜਦ ਇਹ ਵਰਤਦੇ ਨੇ ਵੀਰ ਰਸ ਦੇ ਵਿੱਚ ਤਾਂ ਧਰਮ ਦੀ ਰੱਖਿਆ ਹੁੰਦੀ ਹੈ, ਧੀਆਂ ਭੈਣਾਂ ਦੀ ਇੱਜ਼ਤ ਬਚਦੀ ਹੈ, ਚੜ੍ਹਦੀ ਕਲਾ ਹੁੰਦੀ ਹੈ। ਤੋ ਇਕੱਠੇ ਮਿਲ ਕੇ ਸੰਗਤ ਕਰਦੇ ਨੇ ਤਾਂ ਅੰਮ੍ਰਿਤ ਝਰਦਾ ਹੈ ਨਿੰਮ ਵਰਗੇ ਕੌੜੇ। ਗੁਰੂ ਸਾਹਿਬ ਜੀ ਚੰਦਨ ਦੀ ਤਰ੍ਹਾਂ ਇਹਨਾਂ ਨੂੰ ਸੁਗੰਧਿਤ ਕਰ ਦਿੰਦੇ ਨੇ ਗੁਣਾਂ ਵਾਲੇ। ਗੁਣ ਚੰਦਨ ਕੇ ਬਸਖੇ। ਚੰਦਨ ਦੇ ਗੁਣ ਹਿਰਦੇ ਰੂਪ ਆਕਾਸ਼ ਵਿੱਚ ਵਸ ਜਾਂਦੇ, ਸ਼ਾਂਤੀ ਸੀਤਲਤਾ ਆਤਕ। ਹਮਾਰੇ ਅਵਗਨ ਵਿਖਿਆ ਵਿਖੈ ਕੇ। ਸਾਡੇ ਵਿੱਚ ਵਿਖਿਆ ਮਾਇਆ ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਔਗਣ ਨੇ। ਬਹੁ ਬਾਰ ਨਿਮਖੇ। ਜੋ ਬਹੁਤੇ ਵਾਰ ਨਿਮਖ ਕਾਲ ਵਿੱਚ ਕੀਤੇ ਸਨ, ਜਾਂ ਰੋਮ ਦੇ ਵਿੱਚ ਬਹੁਤ ਹੀ ਨਿਗਮ ਕਾਲ ਵਿੱਚ ਕੀਤੇ ਸਨ, ਜੋ ਹਰੇਕ ਜਨਮਾਂ 'ਚ ਵਾਰੀ ਬਹੁਤ ਔਗਣ ਕਰਦੇ ਸੀ। ਉਹਨਾਂ ਔਗਣਾਂ ਨੂੰ ਸੱਚੇ ਪਾਤਸ਼ਾਹ ਨੇ ਇੱਕ ਨਿਮਖ ਵਿੱਚ ਹੀ ਨਾਮ ਅਭਿਆਸ ਰੂਪ ਅੱਗ ਦੇ ਨਾਲ ਬਾਲ ਦਿੱਤਾ, ਸਾੜ ਦਿੱਤਾ ਹੈ। ਔਗਣ ਯਾਰੇ ਪਾਥਰ ਭਾਰੇ। ਅਸੀਂ ਬਹੁਤੀ ਔਗਣਾਂ ਕਰਕੇ ਪੱਥਰਾਂ ਦੀ ਤਰ੍ਹਾਂ ਭਾਰੇ ਸੀ, ਜਾਂ ਪੱਥਰਾਂ ਨਾਲੋਂ ਵੀ ਪਾਪਾਂ ਕਰਮਾਂ ਕਰਕੇ ਭਾਰੇ ਹੋ ਰਹੇ ਸੀ।
हम पापी पाथर नीर डुबत है, कर कृपा पाखण हम तारी। ਹਰ ਤਾਰੇ ਸੰਗ ਜਨ ਖੇ पर हे हरि परमेश्वर तुसीं अपने प्यारे संत जनां दी चरनां धूड़ी और उन्हां दी संगत नाल मेल के आप ही संसार समुंदर तो तार दिता है। ਜਨ ਕਾ ਤੁਮਰ ਰਾਖੋ ਸੁਆਮੀ हे मालिक परमेश्वर जिन्हां नूं तुसीं आप रखना चाहुंदे हो, ਸਭ ਤਿਨ ਕੇ ਪਾਪ ਕਰਖੇ तिन्हां दे सारे पाप गुणा तुसीं वाह सुटे खिच के कट दिते ने। जिवें खेती विचों दातरी नाल नदीन नूं खिच दईदा, ये उन्हां दे सारे पाप कर्म विचार रूप दाती नाल खिच दिते ने। ਜਨ ਨਾਨਕ ਕੇ ਦਿਆਲ ਪ੍ਰਭ ਸੁਆਮੀ सतगुरु जी कथन करदे कि हे साडे दासां दे दयालु स्वामी परमेश्वर जी, ਤੁਮ ਦੁਸ਼ਟ ਤਾਰੇ ਹਰਨ ਖੇ ਤੁਸੀਂ ਤਾਂ ਹਰਨਾਕਸ਼ ਵਰਗੇ ਭੈੜੇ ਪੁਰਖਾਂ ਨੂੰ ਵੀ ਤਾਰ ਦਿੱਤਾ। ਇਹਨਾਂ ਨੇ ਵਰ ਲਿਆ ਹੋਇਆ ਸੀਗਾ, ਜੈ ਤੇ ਬਜੈ ਪਹਿਰੇਦਾਰ ਸੀਗੇ, ਸਰਾਪ ਹੋ ਗਿਆ। ਕਹਿੰਦੇ ਕਦੋਂ ਮਿਲੋਗੇ? ਕਹਿੰਦੇ ਜੇ ਤਾਂ ਵੈਰ ਰੱਖੋਗੇ 3 ਜਨਮਾਂ 'ਚ, ਜੇ ਪਿਆਰ ਰੱਖੋਗੇ ਫਿਰ 7 ਜਨਮਾਂ 'ਚ। ਇਹਨਾਂ ਨੇ ਛੇਤੀ ਮਿਲਣ ਵਾਸਤੇ ਵੈਰ ਰੱਖਿਆ ਸੀਗਾ। हिरन ते हिरन कश्यप ते हरनाकश, फिर रावण ते कुंभकर्ण ते कंस ते केसी, इन्हें 3 जन्म लए ते भगवान ने आप इन्हां नूं मार के अपने चरनां नाल मिलिया। मतलब दुष्टां नूं भी महाराज किरपा करके आप दे नाल मेल के तार दिंदे ने। अस तां फिर भी गुरु जी दे सिख अखमाउंदे आ। जिस वक्त परमेश्वर ने नरसिंह स्वरूप धार के हरनाकश नूं मारिया सी, तां उस वक्त प्रहलाद ने भी हथ जोड़ के भगवान नूं कहा सी भी हे महाराज, ये भावें मेरा प्यो संत दोखी जां तुहाडा नाम नूं सुन के क्रोधित हुंदा सी, गऊ गरीब नूं मारन वाला सी, पर हे परमेश्वर है तां प्यो, प्यो तां प्यो ही हुंदा, भावें शराबी कबाबी नकम्मा भी क्यों ना होए, पर उन्होंने माड़ा नहीं कहीदा, उहदा भला करीदा। ते किरपा कर मैं दे घर पुत्र बन के जम्मिया ते इहदी भी गति कर। ये सुन के महाराज कहन लगे तेरियां तां की कोलां पहलां ही तार दित्तियां, तूं काहदी गल कर दित्ती प्रहलाद? इउं दुष्ट हरनाकश नूं भी मारे ने तारिया। ऐसी वाहिगुरू दी किरपा होई। पर जिहड़ा बंदा बुरे काम करदा ਉਹਦਾ नाम बुरा प्रसिद्ध हुंदा, ਜਿਹੜਾ ਚੰਗਾ ਕਰਦਾ ਚੰਗਾ ਪ੍ਰਸਿੱਧ ਹੁੰਦਾ। ਤਰ ਤਾਂ ਲੋਹਾ ਵੀ ਜਾਂਦਾ, ਤਾਂਬਾ ਵੀ ਜਾਂਦਾ, ਪਰ ਸੋਨੇ ਦਾ ਮੁੱਲ ਸੋਨਾ ਪੈਂਦਾ, ਲੋਹੇ ਦਾ ਲੋਹਾ ਪੈਂਦਾ। तो इसलिए ये सोच के सानू समझ के रहना चाहिए। भुलना चुका क्षमा करो जी, अगे तो समत बख्शो। जन को तुम हर राखे राखो स्वामी, सब तिन के पाप करखे, जान नानक के दयाल प्रभ स्वामी, तुम दुष्ट तारे हरन खे। वाहिगुरू जी का खालसा वाहिगुरू जी की फतेह। रामगली महला तीजा नंद।